ਦੋਹਰਾ ਸਭਾ ਸਰਬ ਕਵੀ ਅਨੰਬਿਖੈ ਇਸ ਬਿਦ ਭਇਓ ਸੰਵਾਦ ਧੰਨ ਧੰਨ ਸਭ ਹੀ ਕਹੈ ਹਿਰਦੈ ਅਦਿਕ ਅਹਲਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਗੁਰੂ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਸਤ ਸੰਗੀ ਜਨੋ, ਸਾਹਿਬ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਪਾਵਨ ਪਵਿੱਤਰ ਮੁਬਾਰਕ ਇਤਿਹਾਸ ਦੀ ਲੜੀਵਾਰ ਕਥਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਕੀ ਹਜ਼ੂਰੀ ਅੰਦਰ ਮਿਲ ਬੈਠ ਕਰਕੇ ਰੋਜ਼ਾਨਾ ਆਪ ਸਰਵਣ ਕਰਦੇ ਹੋ। ਕੁਝ ਇੱਕ ਪ੍ਰਸ਼ਨੋਤਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕਵੀਆਂ ਨਾਲ ਹੋਏ ਹਨ। ਬਹੁਤ ਦੂਰ ਦਰਾਡੇ ਤੋਂ ਕਵੀ ਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਸਰਵਣ ਕਰਦੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆਏ ਹਨ ਔਰ ਸਤਿਗੁਰੂ ਜੀ ਦੇ ਪਾਸੋਂ ਬਖਸ਼ਿਸ਼ਾਂ ਲੈ ਲੈ ਕਰਕੇ ਸਾਧ ਸੰਗਤ ਜੀਓ ਨਿਹਾਲ ਵੀ ਹੋ ਰਹੇ ਹਨ। ਕੁਝ ਤਾਂ ਉਹ ਵੀ ਹਨ ਜਿਹੜੇ ਪੈ ਭਾਵਨਾ ਨਾਲ ਆਉਂਦੇ ਹਨ ਔਰ ਕਈ ਐਸੇ ਹਨ ਜਿਹੜੇ ਭਾਵ ਵਿਦਿਆ ਦੇ ਅਹੰਕਾਰ ਦੇ ਅੰਦਰ ਵੀ ਹਨ, ਕਿਉਂਕਿ ਜਿਹੜਾ ਵਿਦਿਆ ਦਾ ਵੀ ਅਹੰਕਾਰ ਹੈ ਕਿ ਮੈਨੂੰ ਹੀ ਪਤਾ ਹੈ, ਇਹ ਵਾਲਾ ਅਹੰਕਾਰ ਕਿ ਮੈਂ ਹੀ ਭਾਵ ਇਸ ਬਾਤ ਨੂੰ ਸਹੀ ਢੰਗ ਨਾਲ ਜਾਣਦਾ ਹਾਂ, ਇਹ ਵਾਲਾ ਅਹੰਕਾਰ ਲੈ ਕਰਕੇ ਵੀ ਕਈ ਜਿਹੜੇ ਲੋਕ ਕਵੀ ਉਸ ਸਥਾਨ ਤੇ ਆਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜਾ ਉਹਨਾਂ ਦਾ ਵੀ ਅਹੰਕਾਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਦੂਰ ਕੀਤਾ ਹੈ। ਸੋ ਸਾਧ ਸੰਗਤ ਜੀਓ ਆਓ ਪਾਵਨ ਵਿਚਾਰ ਸਤਿਗੁਰੂ ਗੁਰਦੇਵ ਮਹਾਰਾਜ ਜੀਓ ਕੇ ਪਾਵਨ ਇਤਿਹਾਸ ਦੀ ਆਓ ਮਨ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਸਾਹਿਬ ਜੀ ਦੀ ਵਿਚਾਰ ਪ੍ਰਾਰੰਭ ਕਰੀਏ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਭਾ ਸਰਬ ਕਵੀ ਅਨੰਬਿਖੈ ਇਸ ਬਿਦ ਭਇਓ ਸੰਵਾਦ। ਕਵੀਆਂ ਦੀ ਸਭਾ ਦੇ ਅੰਦਰ ਦਰਬਾਰ ਦੇ ਅੰਦਰ ਇਸ ਪ੍ਰਕਾਰ ਸਾਧ ਸੰਗਤ ਜੀਓ ਸੰਵਾਦ ਰਚਾਇਆ ਗਿਆ। ਧੰਨ ਧੰਨ ਸਭ ਹੀ ਕਹੈ ਹਿਰਦੈ ਅਦਿਕ ਅਹਲਾਦ। ਸਭਨਾਂ ਨੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਧੰਨ ਧੰਨ ਧੰਤਾ ਜੋਗ ਇਹ ਸ਼ਬਦ ਕਹੇ ਬੜੇ ਹੀ ਭਾਵ ਸਾਰੇ ਪਾਸੇ ਖੁਸ਼ ਹੋਏ। ਜੋ ਪਾਈ ਉਠੇ ਪ੍ਰਭੂ ਮੰਦਰ ਕੋ ਗਏ। ਸਤਿਗੁਰੂ ਜੀ ਫਿਰ ਉੱਠ ਕਰਕੇ ਆਪਣੇ ਮਹਿਲਾਂ ਨੂੰ ਗਏ ਹਨ। ਨਾਨਾ ਰਸ ਆਹਾਰ ਅਚਲ ਨਾਨਾ ਪ੍ਰਕਾਰ ਭੋਜਨ ਪ੍ਰਸ਼ਾਦ ਭਾਵ ਛਕਿਆ ਹੈ। ਪੁਨ ਪ੍ਰਿਅੰਕ ਪਰ ਕਰਿਓ ਆਰਾਮ। ਫਿਰ ਕੁਝ ਇੱਕ ਸਮੇਂ ਦੁਪਹਿਰ ਦੇ ਸਮੇਂ ਸ਼ਹਿਨਸ਼ਾਹ ਜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਆਰਾਮ
ਕੀਤਾ ਹੈ। ਹਿਮ ਸੰਵਾਦ ਕਵਿਅਨ ਅਬਰਮੁ ਔਰ ਇਸ ਪ੍ਰਕਾਰ ਜੋ ਕਵੀਆਂ ਦਾ ਸੰਵਾਦ ਉਸਥਾਏ ਹੋਇਆ। ਦੇਸ਼ ਵਿਦੇਸ਼ਨ ਮੈਂ ਕਵ ਗੁਣੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਜਿਹੜੇ ਕਵੀ ਲੋਕ, ਗੁਣੀ ਲੋਕ, ਗਿਆਨੀ ਲੋਕ ਉਸਥਾਏ ਆਏ। ਆਵੇ ਚਲੇ ਸੋ ਕੀਰਤ ਸੁਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕੀਰਤੀ ਸੁਣਦਿਆਂ ਹੋਇਆਂ। ਹੁਣ ਤਾਂ ਚਲੋ ਸਮੇਂ ਦੇ ਨਾਲ ਬੜਾ ਫਰਕ ਪਿਆ। ਜਿਵੇਂ ਜਿਵੇਂ ਚਲੋ ਹੁਣ ਟੈਕਨੋਲੋਜੀ ਵਧੀ, ਦੂਰ ਦਰਾਡੇ ਸੁਨੇਹਾ ਪਹੁੰਚਾਉਣਾ ਹੋਵੇ, ਦੂਰ ਦਰਾਡੇ ਨਾਲ ਦੀ ਨਾਲ ਥੋੜੇ ਸਮੇਂ ਦੇ ਅੰਦਰ ਹੀ ਸੁਨੇਹਾ ਦੂਰ ਦਰਾਡੇ ਪਹੁੰਚ ਜਾਂਦਾ ਹੈ। ਪੁਰਾਤਨ ਸਮੇਂ ਅਜਿਹਾ ਨਹੀਂ ਸੀ। ਹੌਲੀ ਹੌਲੀ ਆ ਥੋੜੇ 20 ਕੁ ਸਾਲਾਂ ਤੋਂ ਹੀ ਹੋਰ ਵੀ ਟੈਕਨੋਲੋਜੀ ਨੇ ਹੋਰ ਵੀ ਇੱਕ ਵੱਡਾ ਪਰਿਵਰਤਨ ਆਇਆ ਹੈ। ਆਪਾਂ ਸਾਰੇ ਵੇਖਦੇ ਹੀ ਹਾਂ। ਪਹਿਲਾਂ ਚਲੋ ਚਿੱਠੀਆਂ ਸਨ, ਟੈਲੀਗ੍ਰਾਮ ਸਨ, ਫਿਰ ਹੌਲੀ ਹੌਲੀ ਫੋਨ ਆਏ, ਫਿਰ ਫੈਕਸ ਮਸ਼ੀਨਾਂ, ਈਮੇਲ ਇਤਿਆਦਿਕ। ਪਰ ਉਹਨਾਂ ਵੇਲੇ ਐਸਾ ਤਾਂ ਨਹੀਂ ਸੀ। ਪਤਾ ਲੱਗਣਾ ਦੂਰ ਦਰਾਡੇ, ਇੱਕ ਕਵੀ ਤੋਂ ਦੂਸਰੇ ਕਵੀ ਤੱਕ ਸੁਨੇਹਾ ਪਹੁੰਚਾਉਣਾ, ਦੂਸਰੇ ਨੇ ਜਿਵੇਂ ਕੋਈ ਗੱਲਬਾਤ ਕਰਦਿਆਂ ਉਸ ਥਾਂ ਸੁਨੇਹਾ ਪਹੁੰਚਣਾ। ਇਸ ਪ੍ਰਕਾਰ ਸਾਧ ਸੰਗਤ ਜੀਓ, ਜਿਹੜੇ ਗੁਣੀ ਲੋਕ, ਕਵੀ ਲੋਕ ਸਨ, ਉਹਨਾਂ ਕੋਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕੀਰਤੀ ਉਹਨਾਂ ਥਾਵਾਂ ਤੇ ਫੈਲੀ। ਉਹਨਾਂ ਨੇ ਸੁਣ ਕਰਕੇ ਆਨੰਦਪੁਰ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ। ਦਰਬ ਕਰੋੜੋ ਲਖ ਬਖਸ਼ੰਤੇ ਇਹ ਵੀ ਪਤਾ ਲੱਗਣਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਇਨਾਮ ਵੀ ਬਖਸ਼ਦੇ ਨੇ, ਸੋਹਣਾ ਇਨਾਮ ਬਖਸ਼ਦੇ ਹਨ। ਮਹਾਰਾਜ ਜੀਆਂ ਦੇ ਘਰੋਂ ਧਨ ਦੇ, ਖੁਸ਼ੀਆਂ ਦੇ ਗੱਫੇ ਮਿਲਦੇ ਹਨ। ਜੁਗ ਲੋਕਣ ਕੇ ਸੁਖਨ ਲਬੰਤੇ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਦੋਵਾਂ ਲੋਕਾਂ ਦੇ, ਲੋਕ ਪਰਲੋਕ ਦੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਖ ਬਖਸ਼ਦੇ ਹਨ। ਅੰਮ੍ਰਿਤ ਰਾਏ ਕਵੀ ਇੱਕ ਆਇਓ ਇੱਕ ਉਹਨਾਂ ਵਿੱਚੋਂ ਸਾਧ ਸੰਗਤ ਜੀਓ ਅੰਮ੍ਰਿਤ ਰਾਏ ਨਾਮ ਦਾ ਕਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੋਲ ਆਇਆ ਹੈ। ਕਰ ਕੀਰਤ ਕੋ ਕਵਿਤ ਲਿਆਇਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਦੇ ਅੰਦਰ, ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਦੇ ਅੰਦਰ, ਹੁਣ ਜੋ ਵੀ ਕਿਸੇ ਕੋਲ ਧਨ ਸੰਪਦਾ, ਕਿਸੇ ਕੋਲੋਂ ਧਨ ਸੰਪਦਾ ਲੈ ਕੇ ਆਇਆ, ਜੋ ਵੀ ਭਾਈ ਕਿਸੇ ਕੋਲ ਹੈ, ਹੁਣ ਕਵੀਆਂ ਕੋਲ ਉਹਨਾਂ ਦੀ ਕਲਮ ਦੀ ਆਪਣਾ ਲਿਖਤ ਹੈ ਉਹਨਾਂ ਕੋਲ। ਜਿਵੇਂ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਜਦੋਂ ਗਏ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਅੰਦਰ, ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਆਪਣੀ ਰਚਨਾ ਲਿਖ ਕਰਕੇ ਲੈ ਕੇ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪੜ੍ਹ ਕਰਕੇ ਸੀਨੇ ਨਾਲ ਲਾਇਆ। ਸਤਿਗੁਰੂ ਜੀਆਂ ਨੇ ਥਾਂ ਦਿੱਤੀ, ਠੌਰ ਦਿੱਤੀ। ਇਸੇ ਤਰ੍ਹਾਂ ਹੀ ਅੰਮ੍ਰਿਤ ਰਾਏ ਕਵੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਵਡਿਆਈ ਅੰਦਰ, ਗੁਰਦੇਵ ਮਹਾਰਾਜ ਜੀਆਂ ਦੀ ਉਪਮਾ ਅੰਦਰ ਇੱਕ ਕਵਿਤ ਲਿਖ ਕਰਕੇ ਲਿਆਏ ਹਨ। ਮਿਲਿਓ ਪ੍ਰਥਮ ਹੂੰ ਕੀਨ ਪ੍ਰਣਾਮ ਜਦੋਂ ਭਰੇ ਦਰਬਾਰ ਅੰਦਰ ਗਏ, ਸ਼ਹਿਨशाह ਜੀਆਂ ਨੂੰ ਜਾ ਨਮਸਕਾਰ ਕੀਤੇ। ਬਹੁਰ ਸੁਨਾਏ ਸੁਜਸ ਅਬਰਮ ਫਿਰ ਸਤਿਗੁਰੂ ਜੀਆਂ ਦੀ ਉਪਮਾ ਅੰਦਰ ਇੱਕ ਥਾਂ ਖਲੋ ਕੇ ਵਾਰੀ ਜਦੋਂ ਆਈ, ਫਿਰ ਸਤਿਗੁਰੂ ਜੀਆਂ ਦੀ ਵਡਿਆਈ ਅੰਦਰ ਖਲੋ ਕਰਕੇ ਸਾਧ ਸੰਗਤ ਜੀਓ ਆਪਣੀ ਰਚਨਾ ਸੁਣਾਉਣ ਲੱਗੇ। ਜੋ ਲਿਖ ਕਰਕੇ ਕਵਿਤ ਲੈ ਕਰਕੇ ਆਏ, ਰਚਨਾ ਲਿਖ ਕਰਕੇ ਲਿਆਏ, ਸਤਿਗੁਰੂ ਜੀ ਦੀ ਵਡਿਆਈ ਉਪਮਾ ਅੰਦਰ ਫਿਰ ਉਸ ਥਾਂ ਖਲੋ ਕਰਕੇ ਗਾਉਣ ਲੱਗੇ। ਕਵਿਤ ਜਾਹੀ ਔਰ ਜਾਹੂ ਅਤ ਆਦਰ ਤਹ ਤੇ ਪਾਉ। ਲਿਖਦੇ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਕਿਰਪਾ ਮਿਹਰ ਦੇ ਨਾਲ, ਗੁਰਦੇਵ ਸੱਚੇ ਪਾਤਸ਼ਾਹ ਜੀ, ਮੈਂ ਜਿੱਥੇ ਜਿੱਥੇ ਵੀ ਗਿਆ ਹਾਂ ਅਤ ਆਦਰ ਤਹਾਂ ਤੇ ਪਾਉ। ਮੈਂ ਉਹਨਾਂ ਥਾਵਾਂ ਤੋਂ ਹੀ ਆਪ ਜੀਓ ਕੀ ਕਿਰਪਾ ਮਿਹਰ ਦੇ ਨਾਲ ਮਾਣ ਸਨਮਾਨ ਆਦਰ ਮਿਲਦਾ ਹੈ। ਤੇਰੇ ਗੁਣ ਗਾਨ ਕੋ ਅਗਾਉ ਗਣ ਸ਼ੇਸ਼ ਜੂ। ਪਰ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਮੈਂ ਆਪ ਜੀਆਂ ਦੇ ਕੀ ਗੁਣਾਂ ਨੂੰ ਗਾਇਨ ਕਰਾਂ, ਗੁਰਦੇਵ ਮਹਾਰਾਜ ਆਪ ਜੀਆਂ ਦੇ ਗੁਣਾਂ ਨੂੰ ਤਾਂ ਸ਼ੇਸ਼ ਨਾਗ ਪੀ ਗਾਇਨ ਕਰ ਰਿਹਾ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਦੂਜੀ ਭਉ ਲੱਖ ਹੋ ਹੈ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ
ਜਗਦੀਸ਼। ਮਾਲਕ ਜੀ ਇੱਕ ਜੀਵਾ ਕੀ ਗੁਣ ਗਾਏਗੀ। ਸ਼ੇਸ਼ ਨਾਗ ਦੇ ਕਹਿੰਦੇ ਹਜ਼ਾਰਾਂ ਫਣ ਹਨ, ਹਜ਼ਾਰਾਂ ਫਣ ਤੇ ਹਰ ਵਾਰੀ ਪਰਮਾਤਮਾ ਦਾ ਨਵਾਂ ਨਾਮ ਲੈ ਕੇ ਪਰਮਾਤਮਾ ਦੇ ਗੁਣ ਗਾਉਂਦਾ ਹੈ ਸ਼ੇਸ਼ ਨਾਗ। ਤੇ ਮਾਲਕ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਤਾਂ ਗੁਣਾਂ ਨੂੰ ਸ਼ੇਸ਼ ਨਾਗ ਗਾ ਰਿਹਾ ਹੈ, ਭਾਵ ਉਹ ਵੀ ਆਪ ਜੀ ਦੀ ਵਡਿਆਈ ਕਰ ਰਿਹਾ ਹੈ। ਹੀਰ ਚਿਰ ਮੁਕਤਾ ਜੋ ਦੇਤ ਦਿਨ ਪ੍ਰਤਦਾਨ। ਮਾਲਕ ਸੱਚੇ ਪਾਤਸ਼ਾਹ ਆਪ ਜਿਹੜਾ ਫਿਰ ਇੱਥੇ ਕਵੀਆਂ ਨੂੰ ਮਾਣ ਸਨਮਾਨ ਧਨ ਸੰਪਦਾ ਬਖਸ਼ਿਸ਼ ਆਪ ਜੋ ਕਰਕੇ ਨਵਾਜਦੇ ਹੋ। ਤਿਨ ਦੇਖ ਦੇਖ ਅਬ ਲਖਤ ਤਨੇਸ਼ ਜੂ। ਤਨੇਸ਼ ਜੂ ਭਾਵ ਜੋ ਕੁਬੇਰ ਵੀ ਹੈ, ਜੋ ਧਨ ਦੇਣ ਦਾ ਪ੍ਰਤੀਕ ਮੰਨਿਆ ਗਿਆ। ਕੁਬੇਰ ਵੀ ਆਪ ਜੀਆਂ ਦੇ ਖਜ਼ਾਨਿਆਂ ਵੱਲ ਵੇਖਦਾ ਹੈ। ਜਿੱਥੋਂ ਲੋਕ ਭਾਵ ਧਨ ਸੰਪਦਾ ਦੀ ਆਸ ਕੁਬੇਰ ਤੋਂ ਰੱਖਦੇ ਹਨ, ਪਰ ਮਾਲਕ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਜੀਆਂ ਦੇ ਖਜ਼ਾਨਿਆਂ ਵੱਲ ਤਾਂ ਕੁਬੇਰ ਵੀ ਨਜ਼ਰ ਰੱਖਦਾ ਹੈ ਤੇ ਇੱਛਾ ਰੱਖਦਾ ਹੈ ਵੀ ਮੈਨੂੰ ਵੀ ਸਤਿਗੁਰੂ ਜੀਆਂ ਦੇ ਘਰੋਂ ਮਾਣ ਵਡਿਆਈ ਨਸੀਬ ਹੋ ਜਾਏ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਐਸਾ ਸਨਮਾਨ ਬਖਸ਼ਦੇ ਹੋ। ਗੁਣਨ ਮੈਂ ਗੁਣੀ ਕਬ ਅੰਬਰਤ ਪੜਾਈਆ ਮੇਰੋ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਜਦੋਂ ਆਪ ਜੀਆਂ ਦੇ ਘਰ ਦੇ ਅੰਦਰ ਆਣ ਕਰਕੇ ਦਾਸ ਅੰਮ੍ਰਿਤ ਭਾਵ ਅੰਮ੍ਰਿਤ ਰਾਏ ਕਵੀ ਨੇ ਕਿਹਾ, ਮਹਾਰਾਜ ਮੈਂ ਆਪ ਜੀਆਂ ਦੇ ਗੁਣਾਂ ਨੂੰ ਗਾਇਨ ਕਰਦਾ ਹੋਇਆ ਜਦੋਂ ਆਪ ਜੀ ਇਹ ਬਾਤ ਭਾਵ ਵੇਖੋਗੇ ਕਿ ਅੰਮ੍ਰਿਤ ਰਾਏ ਕਵੀ ਗੁਣਾਂ ਨੂੰ ਗਾ ਰਿਹਾ ਹੈ। ਜਬ ਇਹ ਨਹਿਰੋ ਪਿਆਰ ਕੀਜੈ ਅਮਰੇਸ਼। ਫਿਰ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪ ਮੈਨੂੰ ਜ਼ਰੂਰ ਪਿਆਰ ਭਾਵ ਬਖਸ਼ਿਸ਼ਾਂ ਨਾਲ ਨਵਾਜਣਾ ਕਰੋਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸ਼ਿਰ ਨਿਧ ਪਾਰ ਭਈ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਡਿਆਈ ਆਪ ਜੀ ਦੀ ਉਪਮਾ ਸਮੁੰਦਰਾਂ ਤੋਂ ਵੀ ਭਾਵ ਦੂਰ ਦਰਾਡੇ ਤੱਕ ਆਪ ਜੀਆਂ ਦੀ ਵਡਿਆਈ ਕੀਰਤੀ ਫੈਲੀ ਹੈ। ਕੀਰਤ ਤਿਹਾਰੀ ਤੋਂ ਮੈਂ ਕਹਿ ਸੰਦੇਸ਼ ਜੂ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਮੈਂ ਆਪ ਜੀਆਂ ਦੀ ਕੀਰਤੀ ਇਹ ਗਾਇਨ ਕੀਤੀ ਹੈ। ਆਪ ਜੀਆਂ ਦੀ ਇਹ ਵਡਿਆਈ ਦੂਰ ਦਰਾਡੇ ਤੱਕ ਆਪ ਜੀਆਂ ਦੀ ਵਡਿਆਈ ਇਹ ਫੈਲੀ ਹੋਈ ਹੈ। ਜੋ ਪਈ ਸੁਨ ਪ੍ਰਸੰਨ ਕਲਗੀ ਤਰਹਵੈ ਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਦੀ ਰਚਨਾ ਨੂੰ ਸੁਣ ਕਰਕੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਹਨ। ਰਾਖਿਓ ਨਿਕਟ ਮਾਨ ਬਹੁ ਕਹਿ ਕੇ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਫਿਰ ਇਹਨੂੰ ਬਹੁਤ ਤਾਤ ਅੰਦਰ ਮਾਣ ਸਨਮਾਨ ਬਖਸ਼ ਕੇ ਅੰਮ੍ਰਿਤ ਰਾਏ ਕਵੀ ਨੂੰ ਕੋਲ ਰੱਖ ਲਿਆ। ਰੋਜ਼ ਦਿਓ ਕਰ ਦਰਬ ਕਨੇਰਾ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਕੋਈ ਦਿਨ ਤਿਹਾਰ ਇਤਿਆਦਿਕ ਤੇ ਜਾਂ ਰੋਜ਼ੀਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਰੋਜ਼ਾਨਾ ਰਜਤ ਪੰਨ ਦੇਣੇ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਗੁਰਦੇਵ ਜੀਆਂ ਨੇ ਦੇਣੇ ਪ੍ਰਾਰੰਭ ਕਰ ਦਿੱਤੇ। ਹਿਮ ਸੁਨ ਸੁਨ ਕਰ ਸੁਜਸ ਬਡੇਰਾ। ਇਸ ਪ੍ਰਕਾਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਕੀਰਤੀ ਸੁਜਸ ਨੂੰ ਸੁਣ ਸੁਣ ਕਰਕੇ ਕਰਨ ਪਰਬ ਪਾਖਾ ਤਿਨ ਕੀਨੇ। ਇਹਨੇ ਫਿਰ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਰਹਿ ਕਰਕੇ ਭਾਵ ਇੱਕ ਪ੍ਰਣਵ ਪਾਖਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਰਹਿ ਕਰਕੇ ਇੱਕ ਸੁੰਦਰ ਗ੍ਰੰਥ ਦੀ ਰਚਨਾ ਪੀ ਕੀਤੀ। ਛੰਦ ਬੰਦ ਸੁੰਦਰ ਗਤ ਲੀਨੇ। ਜਿਨ੍ਹਾਂ ਅੰਦਰ ਬੜੇ ਸੋਹਣੇ ਛੰਦ ਇਤਿਆਦਿਕ ਬੜੇ ਸੋਹਣੇ ਇਤਿਆਦਿਕ ਢੰਗ ਨਾਲ ਲਿਖੇ ਗਏ। ਲੱਖ ਦਰਬ ਕੀ ਬਖਸ਼ਿਸ਼ ਪਾਈ। ਔਰ ਲੱਖਾਂ ਰੁਪਈਆਂ ਦੀ ਬਖਸ਼ਿਸ਼ ਇਹਨੂੰ ਸਤਿਗੁਰੂ ਜੀਆਂ ਦੇ ਘਰੋਂ ਨਸੀਬ ਹੋਈ। ਗੁਰ ਕੀ ਕੀਰਤ ਮਹਿਦ ਬਣਾਈ। ਔਰ ਗੁਰੂ ਦੀ ਕੀਰਤੀ ਜਿਹਦੇ ਅੰਦਰ ਗਾਇਨ ਕੀਤੀ ਗਈ। ਹੰਸ ਰਾਮ ਕਬ ਪਰਬ ਬਣਾਇਓ। ਇੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਜੋ ਹੰਸ ਰਾਮ ਨਾਮ ਦਾ ਕਵੀ ਇਹ ਵੀ ਆਇਆ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਤੇ ਇਹਨਾਂ ਨੇ ਦ੍ਰੋਣ ਔਰ ਕਵਰੇਸ਼ ਬਣਾਇਓ। ਇੱਕ ਕਵੀ ਕਵਰੇਸ਼
ਔਰ ਇੱਕ ਹੰਸ ਰਾਮ ਇਹ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਆਏ ਹਨ। ਦ੍ਰੋਣ ਪਰਬ ਕੁਵਰੇਸ਼ ਸੁਨਾਇਓ। ਔਰ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਕੁਵਰੇਸ਼ ਕਵੀ ਨੇ ਮਹਾਭਾਰਤ ਵਿੱਚੋਂ ਦ੍ਰੋਣ ਪਰਬ ਭਾਖਾ ਅਨੁਵਾਦ ਉਹਦਾ ਕੀਤਾ ਸੀ। ਇਸੀ ਰੀਤ ਬਹੁ ਪਾਖਾ ਬਣੀ। ਇਸ ਪ੍ਰਕਾਰ ਨਾਨਾ ਪ੍ਰਕਾਰ ਜੋ ਗ੍ਰੰਥ ਇਤਿਆਦਿਕ ਰਚੇ ਗਏ। ਮਿਲੇ ਆਨ ਇਸ ਹੀ ਬਿਦ ਗੁਣੀ। ਇਸ ਪ੍ਰਕਾਰ ਮਿਲੇ ਆਨ ਨਾਨਾ ਪ੍ਰਕਾਰ ਜਿਹੜੇ ਕਈ ਗੁਣਵਾਨ ਗੁਣੀ ਲੋਕ ਸਤਿਗੁਰੂ ਜੀਆਂ ਦੇ ਕੋਲ ਆਣ ਕਰਕੇ ਮਿਲੇ ਹਨ। 52 ਕਵ ਗਿਣਤੀ ਮਹਨੀਤ। ਕਵੀ ਜੀ ਲਿਖਦੇ ਭਾਈ ਉੱਥੇ ਕਵੀਆਂ ਦੀ ਜਿਹੜੀ ਗਿਣਤੀ ਸੀ ਰੋਜ਼ਾਨਾ ਉਹਨਾਂ ਥਾਵਾਂ ਤੇ 52 ਕਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਉਸ ਥਾਏ ਗੁਰਦੇਵ ਮਹਾਰਾਜ ਜੀਆਂ ਦੇ ਕੋਲ ਰਹਿੰਦੇ ਹਨ। 52 ਕਵੀ ਪ੍ਰਮੁੱਖ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੋਲ ਉੱਥੇ ਰਹਿ ਕਰਕੇ ਕੀਰਤੀ ਕਰਦੇ ਹਨ। ਸਤਿਗੁਰੂ ਜੀ ਦੀ ਉਪਮਾ ਗਾਇਨ ਕਰਦੇ ਹਨ। ਰਹਿ ਨਿਕਟ ਹਰ ਖਾਵੈ ਚੀਤ। ਕੋਲ ਰਹਿ ਕਰਕੇ ਭਾਵ ਖੁਸ਼ੀ ਮੰਗਲਮਈ ਹੁੰਦੇ ਹਨ। ਇੱਕ ਦਿਨ ਸਤਿਗੁਰ ਸਭਾ ਲਗਾਏ। ਇੱਕ ਦਿਨ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ। ਸਭਾ ਲੱਗੀ ਹੋਈ ਸੀ। ਬੈਠੇ ਹੁਤੇ ਮਹਾਦੁਤ ਪਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੋਏ ਬੜਾ ਵੱਡਾ ਭਾਵ ਸੁਖ ਲੈ ਰਹੇ ਹਨ। ਇੱਕ ਕਵੀ ਚਲ ਕਰ ਤਹ ਆਇਓ। ਉਸ ਥਾਂ ਤੇ ਸਤਿਗੁਰੂ ਜੀਆਂ ਦੇ ਕੋਲ ਜਿਵੇਂ ਸਾਧ ਸੰਗਤ ਪਹਿਲਾਂ ਬੇਨਤੀ ਕੀਤੀ ਜਸ ਸੁਣ ਕਰਕੇ ਦੂਰ ਦਰਾਡੇ ਤੋਂ ਇੱਕ ਕਵੀ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਪਾਸ ਆਇਆ ਹੈ। ਨਿਜ ਵਿਦਿਆ ਹੰਕਾਰ ਬੜਾਇਓ। ਔਰ ਜਿਨੇ ਆਣ ਕੇ ਸਤਿਗੁਰੂ ਜੀਆਂ ਦੇ ਕੋਲ ਗੁਰਦੇਵ ਮਹਾਰਾਜ ਕੋਲ ਪਹੁੰਚਿਆ ਉਹ ਕਵੀ ਜਿਹੜਾ ਆਪਣੀ ਵਿਦਿਆ ਦੇ ਅਹੰਕਾਰ ਦੇ ਨਾਲ ਹੀ ਲੱਦਿਆ ਹੋਇਆ ਹੈ। ਜਿਹੜਾ ਕਵੀ ਆਪਣੀ ਵਿਦਿਆ ਦੇ ਅਹੰਕਾਰ ਦੇ ਨਾਲ ਭਾਵ ਲੱਦਿਆ ਹੋਇਆ ਗਲਿਆ ਹੋਇਆ ਤਾਂ ਹੀ ਮਹਾਰਾਜ ਕਹਿੰਦੇ ਨੇ ਨਾ ਪੜ ਪੜ ਗੱਡੀ ਲੱਦੀ ਹੈ। ਪੜ ਪੜ ਭਰੀਐ ਸਾਥ। ਪੜ ਪੜ ਏੜੀ ਪਾਈਐ ਪੜ ਪੜ ਗੱਡੀਐ ਖਾਤ। ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ। ਤੇ ਸਤਿਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਅਖੀਰ ਵਿੱਚ ਕਿਹੜੀ ਗੱਲ ਲਿਖਦੇ? ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਝਖਣਾ ਝਾਕ। ਹਉਮੈ ਵਸ ਹੋ ਕਰਕੇ ਕੇਵਲ ਝਖਣਾ ਹੀ ਹੈ। ਅਹੰਕਾਰ ਅੰਦਰ ਵਿਦਿਆ ਇਹਨੇ ਪੜ ਲਈ ਆਪਣੇ ਬਸ ਉਸੇ ਅਹੰਕਾਰ ਦੇ ਅੰਦਰ ਹੀ ਹੈ ਵੀ ਮੇਰੇ ਜੈਸਾ ਹੋਰ ਕੋਈ ਗੁਣਵਾਨ ਨਹੀਂ ਹੋ ਸਕਦਾ। ਮੇਰੇ ਜੈਸਾ ਕੋਈ ਹੋਰ ਗੁਣੀ ਨਹੀਂ ਹੋ ਸਕਦਾ। ਠੀਕ ਸਤਿਗੁਰੂ ਜੀਆਂ ਦੇ ਘਰੋਂ ਜੇ ਕਿਸੇ ਨੂੰ ਭਾਈ ਬਖਸ਼ਿਸ਼ ਮਿਲੀ ਹੈ ਤਾਂ ਹੀ ਬਾਬਾ ਫਰੀਦ ਸਾਹਿਬ ਜੀ ਸਭਨਾਂ ਨੂੰ ਸੁਚੇਤ ਕਰਦੇ ਨੇ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲੇਖ ਨਾ ਲੇਖ। ਜੇ ਮਾਲਕ ਜੀਆਂ ਨੇ ਲਤੀਫ ਅਕਲ ਦੇ ਦਿੱਤੀ ਹੈ ਨਾ ਭਾਈ ਕਿਸੇ ਨੂੰ ਕੋਈ ਕਲਮ ਦਾ ਧਣੀ ਬਣ ਗਿਆ ਹੈ ਉਹਦੀ ਕਿਰਪਾ ਨਾਲ। ਜੇ ਕਲਮ ਦੇ ਅੰਦਰ ਕੋਈ ਸ਼ਕਤ ਐਸੀ ਹੈ ਤਾਂ ਐਸਾ ਲਿਖ ਕੇ ਜਾ ਕੇ ਦੁਨੀਆ ਤੇਰੇ ਜਾਣ ਤੋਂ ਬਾਅਦ ਵੀ ਪੜ੍ਹਦੀ ਰਹੇ। ਆਪਣੀ ਉਸ ਕਲਮ ਦੇ ਨਾਲ ਜਾਂ ਆਪਣੀ ਰਚਨਾ ਨਾਲ ਕੋਈ ਸਮਾਜ ਨੂੰ ਭਾਵ ਭਾਈ ਤੂੰ ਕੋਈ ਸੇਧ ਦੇ ਕਰਕੇ ਜਾ ਕੋਈ ਸਿੱਧੇ ਰਸਤੇ ਪਾ ਕਰਕੇ ਜਾ। ਜੇ ਕੋਈ ਐਸੀ ਮਾਲਕ ਨੇ ਤੈਨੂੰ ਲਤੀਫ ਅਕਲ ਬਖਸ਼ਿਸ਼ ਕੀਤੀ ਹੈ ਫਰੀਦਾ ਜੇ ਤੂੰ ਅਕਲ ਲਤੀਫ ਤੇ ਕਾਲੇ ਲਿਖ ਨਾ ਲੈ। ਜਿਹੜੇ ਬਚਨ ਪੜਨੇ ਆਪ ਨੜੇ ਗਿਰੀਵਾਨ ਮੈਂ ਸਿਰ ਨੇ। ਜੇ ਤੈਨੂੰ ਮਾਲਕ ਜੀ ਨੇ ਐਸੀ ਕੋਈ ਲਤੀਫ ਬੁੱਧੀ ਬਖਸ਼ਿਸ਼ ਕਰ ਦਿੱਤੀ ਹੈ ਤੇ ਆਪਣੇ ਆਪ ਅੰਦਰ ਆਪਣੇ ਗਿਰਵਾਨ ਅੰਦਰ ਤੂੰ ਪਾਈ ਉਹਨੂੰ ਵੇਖਣਾ ਕਰ। ਨਿਜ ਵਿਦਿਆ ਅਹੰਕਾਰ ਵਡਾਇਓ। ਆਪਣੀ ਵਿਦਿਆ ਦੇ ਅਹੰਕਾਰ ਨਾਲ ਲੱਦਿਆ ਹੋਇਆ ਸਤਿਗੁਰੂ ਜੀਆਂ ਪਾਸ ਪਹੁੰਚਿਆ ਹੈ। ਕੀ ਨ ਸਵਈਗਾ ਅਰਥ ਛਪਾਇਓ। ਇੱਕ ਸਵਈਆ ਇਹਨੇ ਲਿਖਿਆ ਪਰੰਤੂ ਅਰਥ ਇਹਦੇ ਬੜੇ ਗੁੱਝੇ ਜੇ ਇਹਨੇ ਰੱਖ ਲਏ। ਅਬ ਲਾਖਤ ਗੁਰ ਤੇ ਪਰਖਾਇਓ। ਮਨ ਅੰਦਰ ਅਹੰਕਾਰ ਹੈ ਵੀ ਵੇਖਦੇ ਆ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਪਰਖਾਵਾਂਗੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵੇਖਾਂਗੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਅਰਥ ਕਰਦੇ ਨੇ ਕਿ ਨਹੀਂ। ਉਹ ਖੇਡ ਜਿਹੜੀ ਪੰਜੋਖੜਾ ਸਾਹਿਬ ਵਰਤੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਜਿਵੇਂ ਪਰਖਣ ਵਾਸਤੇ ਹੰਕਾਰੀ ਪੰਡਤ ਆਇਆ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਾਹਮਣੇ। ਅਵਲਾਖਤ ਇੱਛਾ ਹੈ ਚਿੱਤ ਦੀ ਅਵਲਾਖਾ ਹੈ ਕਿ ਗੁਰਤੇ ਪਰਖਾਇਓ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਇਹਦੇ ਆਪਾਂ ਅਰਥ ਕਰਵਾ ਕੇ ਵੇਖਾਂਗੇ ਵੀ ਸਤਿਗੁਰੂ ਜੀਆਂ ਦੇ ਘਰ ਵੀ ਕੋਈ ਐਸਾ ਮੇਰੇ ਜੈਸਾ ਕੋਈ ਸੁਗੜ ਸਿਆਣਾ ਹੈ ਕਿ ਨਹੀਂ ਹੈ, ਇਹ ਮੈਂ ਵੇਖਾਂਗਾ। ਹਾਥ ਬੰਦ ਕਰ ਬੰਧਨ ਠਾਨੇ, ਹੱਥ ਜੋੜ ਕੇ ਨਮਸਕਾਰ ਕਰਕੇ ਬੈਠ ਗਿਆ। ਬੈਠ ਪ੍ਰਭੂ ਕੇ ਨਿਕਟ ਬਖਾਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਬੈਠ ਕਰਕੇ ਕੋਲ ਲੱਗਾ ਕਹਿਣਾ, ਦੇਸ਼ ਦੇਸ਼ ਮਹਿਰਾਵਰ ਕੀਰਤ। ਆਣ ਕੇ ਲੱਗਾ ਕਹਿਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਕੀਰਤੀ ਦੂਰ ਦੂਰ ਤੱਕ ਹੈ। ਜਿਸ ਜਿਸ ਤੇ ਸੁਣਿਅਤ ਬਿਸ ਤੀਰਤ, ਜਿਸ ਜਿਸ ਤੋਂ ਵੀ ਸੁਣੀਏ ਭਾਵ ਦੂਰ ਦਰਾਡੇ ਆਪ ਜੀ ਦੀ ਕੀਰਤੀ ਫੈਲੀ ਹੋਈ ਹੈ। ਸਭ ਵਿਦਿਆ ਕੇ ਗੁਣੀ ਬਖਾਨੇ, ਮਹਾਰਾਜ ਸੱਚੇ ਪਾਤਸ਼ਾਹ ਨਾਨਾ ਪ੍ਰਕਾਰ ਵੱਖ ਵੱਖ ਤਰ੍ਹਾਂ ਦੀ ਵਿਦਿਆ ਦੇ ਜਿਹੜੇ ਮਾਰਤੰਡ ਇਤਿਆਦਿਕ ਗੁਣੀ ਕਵੀ ਆਪ ਜੀਆਂ ਕੋਲ ਰਹਿੰਦੇ ਸੁਣੇ ਹਨ। ਰਹਿ ਸਭਾ ਤੁਮਰੀ ਸਨਮਾਨੇ, ਤੁਹਾਡੀ ਸਭਾ ਦੇ ਅੰਦਰ ਤੁਹਾਡੇ ਦਰਬਾਰ ਦੇ ਅੰਦਰ ਉਹ ਮਾਣ ਸਨਮਾਨ ਹਾਸਲ ਕਰਦੇ ਹਨ। ਚੰਦਰ ਚ ਲਾਖੋ ਰਹਿ ਤੀਰ, ਕੋਲ ਰਹਿ ਕਰਕੇ ਹੋਰ ਵੀ ਭਾਵ ਕਈ ਕਵੀ ਕੋਲ ਇੱਥੇ ਆਪ ਜੀਆਂ ਦੇ ਕੋਲ ਰਹਿ ਕਰਕੇ ਛੰਦ ਇਤਿਆਦਿਕ ਅੰਕਿਤ ਕਰਦੇ ਹਨ। ਪਰਖੋ ਸਭ ਕੇ ਗੁਣੀ ਗਹੀਰ, ਮਹਾਰਾਜ ਇੱਛਾ ਹੈ ਮੈਂ ਉਹਨਾਂ ਨੂੰ ਪਰਖਣਾ ਚਾਹੁੰਦਾ ਹਾਂ। ਇੱਕ ਸਵਈਗਾ ਰਚਿਓ ਨਵੀਨਾ, ਮਹਾਰਾਜ ਮੈਂ ਥੋੜੇ ਦਿਨ ਹੀ ਹੋਏ ਹਨ ਇੱਕ ਸਵਈਆ ਲਿਖਿਆ ਹੈ, ਇੱਕ ਮੈਂ ਸਵਈਆ ਲਿਖ ਕਰਕੇ ਲਿਆਇਆ ਹਾਂ। ਅਰਥ ਅਜਾਇਬ ਸ਼ੁਭ ਤਰ ਦੀਨਾ, ਪਰ ਮੈਂ ਜਿਹੜੇ ਉਹਦੇ ਅਰਥ ਇਤਿਆਦਿਕ ਹਨ ਉਹ ਵਿੱਚੇ ਰੱਖ ਦਿੱਤੇ ਹਨ। ਉਸ ਸਵਈਆ ਲਿਖਿਆ ਹੈ ਤੇ ਉਹਦੇ ਅਰਥ ਵੀ ਸ਼ੁਭ ਵਿੱਚ ਰੱਖ ਦਿੱਤੇ ਹਨ। ਸਭਾ ਆਪ ਕੀ ਮਹਿਨ ਹੈ ਐਸਾ, ਮਹਾਰਾਜ ਤੁਹਾਡੀ ਸਭਾ ਦੇ ਅੰਦਰ ਤੁਹਾਡੇ ਦਰਬਾਰ ਦੇ ਅੰਦਰ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਈ ਐਸਾ ਨਹੀਂ ਜਿਹੜਾ ਭਾਵ ਉਹਦੇ ਅਰਥ ਕਰ ਸਕੇ। ਇਹੋ ਅਹੰਕਾਰ ਸੀ ਕਾਸ਼ੀ ਦੇ ਪੰਡਤਾਂ ਨੂੰ ਵੀ ਦੇਵ ਬਾਣੀ ਕੇਵਲ ਬ੍ਰਾਹਮਣ ਲੋਕ ਹੀ ਪੜ ਸਕਦੇ ਹਨ, ਹੋਰ ਕੋਈ ਨਹੀਂ ਪੜ ਸਕਦਾ। ਸਤਿਗੁਰੂ ਜੀਆਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਮੁਬਾਰਕ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਹ ਵਚਨ ਕਹਿ ਦਿੱਤੇ, ਇਹ ਹੈ ਪ੍ਰਗਟ ਹਮਾਰੀ ਕਾਸ਼ੀ, ਪੜ ਹੈ ਇਹਾਂ ਢੋਰ ਮਤ ਰਾਸ਼ੀ। ਮਹਾਰਾਜ ਕਹਿੰਦੇ ਭਾਈ ਹੁਣ ਕਾਸ਼ੀ ਜਾਣ ਦੀ ਲੋੜ ਹੀ ਨਹੀਂ ਗੁਰੂ ਕੇ ਸਿੱਖਾਂ ਨੂੰ। ਸਾਡੀ ਕਾਸ਼ੀ ਇਹੋ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਮੁਬਾਰਕ ਸਥਾਨਾਂ ਤੇ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਉੱਥੇ ਫਿਰ ਬਚਨ ਕਹੇ। ਇੱਥੇ ਆਣ ਕੇ ਭਾਵਨਾ ਨਾਲ ਕੋਈ ਅਰਦਾਸ ਬੇਨਤੀ ਜੋਦੜੀ ਕਰੇ, ਮਾਲਕ ਸੱਚੇ ਪਾਤਸ਼ਾਹ ਸਮਤ ਬਖਸ਼ਦੇ ਹਨ। ਇਸੇ ਤਰ੍ਹਾਂ ਇਹਨੇ ਵੀ ਆਣ ਕੇ ਆਉਂਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਹੋ ਬੋਲ ਕਹੇ ਵੀ ਮੈਂ ਪਰ ਵੇਖਣਾ ਚਾਹੁੰਦਾ ਹਾਂ ਵੀ ਤੁਹਾਡੀ ਸਭਾ ਦੇ ਅੰਦਰ ਕੋਈ ਐਸਾ ਹੈ ਬਈ ਜਿਹੜਾ ਇਹਦੇ ਅਰਥ ਕਰ ਦਵੇ। ਜਾਹਰ ਕਹੈ ਅਰਥ ਕੋ ਜੈਸਾ, ਜਿਹੜਾ ਕੋਲ ਇਹਦੇ ਕੋਈ ਬੈਠੇ ਹੋਏ ਅਰਥ ਕਰ ਦਵੇ। ਸੁਨ ਹੰਕਾਰ ਸਮੇਤ ਉਬਾਚਾ, ਉਹਨੇ ਬੜੇ ਅਹੰਕਾਰ ਨਾਲ ਇਹ ਸ਼ਬਦ ਕਹੇ ਹਨ। ਬੋਲਿਓ ਪਾਤਸ਼ਾਹ ਗੁਰ ਸਾਚਾ, ਹੁਣ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਲੱਗੇ ਕਹਿਣ, ਨਿਜ ਮਤ ਕਰਕੇ ਕੀ ਨਸ ਜਥਾ। ਦੇਵ ਕਹਿੰਦੇ ਭਾਈ ਜੈਸੀ ਤੈਨੂੰ ਮਾਲਕ ਜੀਆਂ ਨੇ ਅਕਲ ਬਖਸ਼ਿਸ਼ ਕੀਤੀ, ਮਤ ਬਖਸ਼ਿਸ਼ ਕੀਤੀ ਭਾਈ, ਜਿਹੜਾ ਤੂੰ ਲਿਖ ਕੇ ਲਿਆਇਆ ਹੈ ਸਭਾ ਮਜਾਰ ਉਚਾਰੋ ਤਥਾ, ਸਭਾ ਵਿੱਚ ਤੁਸੀਂ ਉਸੇ ਤਰ੍ਹਾਂ ਉਹਨੂੰ ਉਚਾਰਨਾ ਕਰੋ ਜਿਸ ਪ੍ਰਕਾਰ ਕਰਕੇ ਕਬ ਲਿਆਇਓ। ਜਿਸ ਤਰ੍ਹਾਂ ਕਵੀ
ਲਿਖ ਕਰਕੇ ਲੈ ਕੇ ਆਏ ਹਨ। ਸ੍ਰੀ ਸਤਿਗੁਰ ਕੋ ਤਬੈ ਸੁਨਾਇਓ। ਉਹ ਕਵੀ ਦਾ ਨਾਮ ਚੰਦਨ ਕਵੀ, ਜੋ ਕਵੀ ਲੈ ਕਰਕੇ ਲਿਖ ਕਰਕੇ ਲਾਇਆ ਤੇ ਭਰੀ ਸਭਾ ਅੰਦਰ ਉਹ ਸੁਣਾਉਣ ਲੱਗਾ। ਸਭਾ ਬਿਖੈ ਸਭ ਹੂੰ ਸੁਨ ਲਿਓ। ਸਾਰੀ ਸਭਾ ਨੇ ਉਹਦੇ ਰਚੇ ਹੋਏ ਨੂੰ ਸੁਣਿਆ ਹੈ। ਸੋ ਮੈਂ ਇਹ ਪਾਠ ਲਿਖ ਦਿਓ। ਕਵੀ ਜੀ ਲਿਖਦੇ ਹਨ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਭਾਈ ਉਹ ਸੰਗਤ ਦੇ ਗਿਆਨ ਵਾਸਤੇ ਮੈਂ ਉਹ ਸਵਈਆ ਨਾਲ ਇੱਥੇ ਪਾਠ ਲਿਖਿਆ ਹੈ। ਸਵਈਆ ਨਵ ਸਾਥ ਤੀਗੇ ਨਵ ਸਾਥ ਕੀਏ। ਇਹਨੇ ਹੁਣ ਜਿਹੜਾ ਸਾਧ ਸੰਗਤ ਜੀਓ ਕਵੀ ਚੰਦਨ ਨੇ ਜੋ ਸਵਈਆ ਲਿਖਿਆ ਹੈ, ਜਿਹਦੇ ਅਰਥ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਭਾਈ ਨੇ ਫਿਰ ਜਿਹੜੇ ਅੱਗਾ ਅਰਥ ਕਰਨੇ ਹਨ ਕਵੀ ਸੰਤੋਖ ਸਿੰਘ ਜੀ ਨੇ ਜਿਵੇਂ ਤੇ ਨਾਲ ਅੰਕਿਤ ਕੀਤਾ। ਹੁਣ ਇੱਕੋ ਵਾਰ ਜਿਹਦਾ ਪਾਠ ਆਪਾਂ ਸਰਵਣ ਕਰੀਏ, ਜੋ ਸਵਈਆ ਕਵੀ ਚੰਦਨ ਬੜੀ ਭਾਵ ਤੀਖਣ ਬੁੱਧੀ ਸਹਿਤ, ਜਿਨੇ ਕਈ ਮਹੀਨੇ ਲਾ ਕੇ ਜਾਂ ਕਈ ਆਪਣੀ ਬੜੀ ਕਲਤੀਫ ਨਾਲ ਜਿਹੜਾ ਇਹਨੇ ਸਵਈਆ ਲਿਖਿਆ, ਵੀ ਬੜਾ ਇਹਨੇ ਜਿਵੇਂ ਕਹਿ ਦਈਏ ਵੀ ਬੜਾ ਇਹਨੇ ਵੱਡਾ ਤੀਰ ਮਾਰਿਆ ਹੋਵੇ, ਉਹ ਆਪਣਾ ਸਵਈਆ ਸਤਿਗੁਰੂ ਜੀਆਂ ਦੀ ਭਰੀ ਸਭਾ ਦੇ ਅੰਦਰ ਲੱਗਾ ਸੁਣਾਉਣ। ਨਾ ਵਸਾਤ ਤੀਏ ਨਾ ਵਸਾਤ ਕੀਏ, ਨਾ ਵਸਾਤ ਪੀਏ ਨਾ ਵਸਾਤ ਪਿਆਏ, ਨਾ ਵਸਾਤ ਰਚੇ ਨਾ ਵਸਾਤ ਬਦੇ, ਨਾ ਵਸਾਤ ਪਿਆ ਪੈਦਾਇਕ ਪਾਏ, ਜੀਤ ਕਲਾ ਨਾ ਵਸਾਤਨ ਕੀ ਨਾ ਵਸਾਤਨ ਕੈ ਮੁਖ ਅੰਚਰ ਛਾਏ, ਮਾਨੋ ਮੇਘ ਕੇ ਮੰਡਲ ਮੈਂ ਕਵ ਚੰਦਨ ਚੰਦ ਕਲੇਵਰ ਛਾਏ। ਭਰੀ ਸਭਾ ਅੰਦਰ ਇੱਕੋ ਸਾਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਭਰੀ ਸਭਾ ਦੇ ਅੰਦਰ ਸੁਣਾ ਦਿੱਤਾ। ਜਿੰਨੇ ਵੀ ਸਾਰੇ ਉਸ ਥਾਏ ਬੈਠੇ ਹੋਏ ਸਨ, ਸਾਰਿਆਂ ਨੂੰ ਇਹ ਉਸ ਥਾਏ ਕਵੀ ਚੰਦਨ ਨੇ ਆਪਣੀ ਇਹ ਰਚਨਾ ਸੁਣਾਉਣੀ ਕੀਤੀ ਹੈ। ਜੋ ਪਾਈ ਸ਼੍ਰੀ ਕਲਗੀਧਰ ਸੁਨ ਮੁਸ਼ਕਾਏ। ਜਿੰਨੀ ਸਾਰੀ ਸਭਾ ਅੰਦਰ ਇੱਕੋ ਵਾਰ ਜਿਹੜਾ ਇਹ ਸਵਈਆ ਸੁਣਿਆ, ਇਹਨੇ ਜਿਹੜੀ ਰਚਨਾ ਇਹਦੀ ਸੁਣੀ, ਵੀ ਸੁਣ ਕੇ ਵੀ ਬੜਾ ਵੇ ਕੋਈ ਅਰਥ ਤਾਂ ਸਮਝ ਲੱਗੇ ਨਹੀਂ। ਨਵਸਾਤ ਰਚੇ ਨਵਸਾਤ ਬਦੇ, ਨਵਸਾਤ ਪਿਆ ਪੈਦਾਇਕ ਪਾਏ, ਜੀਤ ਕਲਾ ਨਵਸਾਤਨ ਕੀ ਨਵਸਾਤਨ ਕੈ ਮੁਖ ਅੰਚਰ ਛਾਏ। ਸਮਝ ਨਹੀਂ ਲੱਗੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਣ ਕਰਕੇ ਨਾ ਇਹਦੀ ਰਚਨਾ ਨੂੰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ। ਇਹ ਚੰਦਨ ਕੋ ਗਰਭ ਗਵਾਏ। ਹੁਣ ਕਵੀ ਚੰਦਨ ਦਾ ਹੰਕਾਰ ਵੀ ਦੂਰ ਕਰਨਾ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ, ਗੁਰਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜੈਸੀ ਕੋਈ ਭਾਵਨਾ ਲੈ ਕਰਕੇ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਬਸ ਉਸੇ ਤਰ੍ਹਾਂ ਉਹਨੂੰ ਉਹਦੀ ਭਾਵਨਾ ਨੂੰ ਪੂਰੀਆਂ ਕਰਦੇ ਹਨ। ਜਿੱਦਾਂ ਕੋਈ ਭਾਵਨਾ ਜੇ ਕੋਈ ਚੜ ਕੇ ਆਇਆ ਭਾਈ, ਉਹਦੇ ਵਾਸਤੇ ਤੇਗ ਹੈ। ਜੇ ਕੋਈ ਲੋੜਵੰਦ ਭੁੱਖਣ ਭਾਣਾ ਆਵੇ ਗੁਰੂ ਕੇ ਘਰ ਦੇ ਅੰਦਰ, ਉਹਦੇ ਵਾਸਤੇ ਦੇਗ ਹੈ। ਜੇ ਕੋਈ ਮੂਰਖ ਆਵੇ, ਉਹਦੇ ਵਾਸਤੇ ਤੇਗ ਵੀ ਸਤਿਗੁਰੂ ਜੀਆਂ ਦੇ ਘਰ ਹੈ। ਤੇ ਜੇ ਕੋਈ ਭਾਈ ਲੋੜਵੰਦ ਭੋਜਨ ਪ੍ਰਸ਼ਾਦ ਸਤਿਗੁਰੂ ਜੀਆਂ ਦੇ ਘਰ ਅੰਦਰ ਆਏ, ਉਹਦੇ ਵਾਸਤੇ ਦੇਗ ਤੇ ਤੇਗ ਦੇ ਗੱਫੇ ਚੱਲਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸੁਣਿਆ ਇਹਦਾ ਹੰਕਾਰ ਗਰਭ ਦੂਰ ਕਰਨ ਵਾਸਤੇ। ਇਸ ਜੈਸਨ ਕੋ ਅਰਥ ਵਿਚਾਰਨ। ਧਰਮ ਮਹਾਰਾਜ ਕਹਿੰਦੇ ਭਾਈ ਇਹਦੇ ਜਿਹੜੇ ਅਰਥ ਹਨ, ਇਸ ਜੈਸੇ ਕਿ ਅਰਥ ਵਿਚਾਰਨ, ਤੇਰੀ ਰਚਨਾ ਦੇ ਅਰਥ ਕਰਾਉਣ ਵਾਸਤੇ ਕੋਈ ਗੁਣੀ ਗਿਆਨੀ ਪੰਡਤ ਜਾਂ ਬਹੁਤ ਸਿਆਣੇ ਕਵੀ ਦੀ ਜ਼ਰੂਰਤ ਨਹੀਂ। ਹਮਰੇ ਕਾਹੀ ਕਰੇ ਉਚਾਰਨ। ਇੱਥੇ ਤਾਂ ਜੋ ਤਬੇਲੇ ਅੰਦਰ ਘੋੜਿਆਂ ਦੀ ਸੇਵਾ ਵਿੱਚ ਲੱਗੇ ਹੋਏ ਘਾਈ ਇਤਿਆਦਕ ਹਨ, ਤੇਰੀ ਰਚਨਾ ਦੇ ਅਰਥ ਤਾਂ ਉਹ ਕਰ ਦੇਣਗੇ। ਤੇਰੀ ਰਚਨਾ ਦੇ ਅਰਥ ਜਾਂ ਸਵਈਏ ਦੇ ਅਰਥ ਕਰਨ ਵਾਸਤੇ ਕੋਈ ਗੁਣੀ ਗਿਆਨੀ ਪੰਡਤ ਸਿਆਣੇ ਦੀ ਲੋੜ ਨਹੀਂ, ਵੀ ਬੜੇ ਵਿਦਵਾਨ ਪੁਰਸ਼ ਦੀ ਲੋੜ ਨਹੀਂ। ਇਸ ਜੈਸੇ ਕਿ ਅਰਥ ਵਿਚਾਰਨ ਹਮਰੇ ਕਾਹੀ ਕਰੇ ਉਚਾਰਨ। ਸਾਡੇ ਘਰ ਦੇ ਕਾਈ ਜਾਂ ਗੁਰੂ ਘਰ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਘਰ ਦੇ ਅੰਦਰ ਜਿਹੜੇ ਵਟਾਂ ਤੋਂ ਘਾਹ ਰੰਬੇ ਨਾਲ ਖੋਤਰਨ ਵਾਲੇ ਹਨ, ਉਹ ਅਰਥ ਕਰ ਦੇਣਗੇ। ਇਹ ਲਾਇਕ ਕਵੀ ਅਣ ਕੇ ਨਾਹੀ। ਸਤਿਗੁਰੂ ਜੀਆਂ ਨੇ ਦਾ ਹੰਕਾਰ ਪੈਂਦਾ ਹੀ, ਉਹ ਸਤਿਗੁਰੂ ਜੀਆਂ ਨੇ ਹੰਕਾਰ ਦੂਰ ਕਰ ਦਿੱਤਾ। ਕਹਿੰਦੇ ਤਾਂ ਕਵੀਆਂ ਦੇ ਪਾਏ ਦਾ ਹੈ ਹੀ ਨਹੀਂ।
ਜਿਹੜੀ ਤੂੰ ਕਵਿਤਾ ਕਹਿ ਰਿਹਾ ਹੈ ਵੀ ਮੈਂ ਬੜੀ ਮਿਹਨਤ ਨਵੀਨ ਮਤ ਨਾਲ ਲਿਖ ਕੇ ਲਿਆਇਆ, ਇਹ ਤਾਂ ਕਵੀਆਂ ਦੇ ਪਾਏ ਦਾ ਹੈ ਹੀ ਨਹੀਂ। ਵੀ ਕਵੀਆਂ ਦੀ ਸਭਾ ਦੇ ਅੰਦਰ ਤਾਂ ਕੋਈ ਇਹਨੂੰ ਕਹਿੰਦਾ ਹੀ ਨਹੀਂ, ਜਿਹਨੂੰ ਤੂੰ ਬੜਾ ਸਾਂਭ ਕੇ ਲੈ ਕੇ ਆਇਆ ਹੈ। ਮਿਲ ਆਪ ਸਮੇਂ ਕਰਤੇ ਕਾਹੀ, ਇਹ ਤਾਂ ਜੇ ਕੋਈ ਪੱਠੇ ਵੱਢਦਿਆਂ ਹੋਇਆਂ, ਕੋਈ ਵੱਟਾਂ ਤੋਂ ਘਾਹ ਵੱਢਦਿਆਂ ਘਾਈ ਲੋਕ ਬੈਠੇ ਹੋਣ, ਐਸੇ ਤਾਂ ਬੈਠੇ ਹੋਏ ਕਵਿਤਾਵਾਂ ਉਹ ਰਚ ਲੈਂਦੇ ਨੇ। ਇਦਾਂ ਦੀਆਂ ਕਵਿਤਾਵਾਂ ਤਾਂ ਬੈਠੇ ਹੋਏ ਘਾਈ ਲੋਕ ਰਚ ਲੈਣ, ਜਿਵੇਂ ਦੀ ਤੂੰ ਕਵਿਤਾ ਲਿਖ ਕੇ ਲਿਆਇਆ ਹੈ। ਛੰਦ ਸਭਾ ਹਮਰੀ ਮਹਿ ਸਰਸਤ, ਭਾਈ ਇਸ ਥਾਂ ਤੇ ਤਾਂ ਸਾਡੇ ਕੋਲ, ਸਾਡੀ ਇਸ ਰਚਨਾ ਦੇ ਅੰਦਰ ਹੁਣ ਸਤਿਗੁਰੂ ਜੀਆਂ ਦੇ ਕੋਲ ਸਤਿਕਾਰਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਵਰਗੇ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਉਪਮਾ ਅੰਦਰ ਜਦੋਂ ਉਹਨਾਂ ਦੀ ਆਪਾਂ ਰਚਨਾ ਪੜ੍ਹਨੇ ਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇੱਥੇ ਤਾਂ ਰਸ ਵਾਲੀ ਕਵਿਤਾ ਮਹਾਰਾਜ ਜੀਆਂ ਦੇ ਇਸ ਦਰਬਾਰ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਅੰਦਰ ਗਾਇਨ ਕੀਤੀ ਜਾਂਦੀ ਹੈ। ਜਿਵੇਂ ਦੀ ਤੂੰ ਕਵਿਤਾ ਲਿਖ ਕੇ ਲਿਆਇਆ ਹੈ, ਇਦਾਂ ਦੀਆਂ ਕਵਿਤਾਵਾਂ ਤਾਂ ਵੱਟਾਂ ਤੇ ਬੈਠੇ ਹੋਏ ਘਾਈ ਲੋਕ ਪੱਠੇ ਵੱਢਦਿਆਂ ਇੱਕ ਦੂਸਰੇ ਨੂੰ ਸੁਣਾ ਦਿੰਦੇ ਹਨ, ਜਿਵੇਂ ਦੀ ਤੂੰ ਰਚਨਾ ਲਿਖ ਕੇ ਲਿਆਇਆ ਹੈ। ਇਹ ਕੋਈ ਐਸੀ ਸੂਖਮ ਭਾਵ ਵਾਲੀ ਜਾਂ ਐਸੀ ਬੜੇ ਡੂੰਘੇ ਅਰਥਾਂ ਵਾਲੀ ਕਵਿਤਾ ਤਾਂ ਤੇਰੀ ਜਾਪਦੀ ਨਹੀਂ। ਜਿਨ ਕੇ ਪਾਠ ਕਰੇ ਰਸ ਬਰਸਤ, ਜਿਨ੍ਹਾਂ ਦੇ ਪਾਠ ਕਰਨ ਦੇ ਨਾਲ ਬੜਾ ਆਨੰਦ ਤੇ ਰਸ ਮਾਨੋ ਮਿਲਦਾ ਹੈ। ਜਿਨ੍ਹਾਂ ਦੇ ਪਾਠ ਕਰਨ ਦੇ ਨਾਲ ਹੀ ਜੀਵ ਦੇ ਅੰਦਰ ਮਾਲਕ ਜੀਆਂ ਦੇ ਘਰ ਦਾ ਨਿਰਮਲ ਭਾਉ, ਨਿਰਮਲ ਪਿਆਰ ਜਾਗਦਾ ਹੈ। ਕਵੀਆਂ ਕੇ ਹਮਰੇ ਹੈ ਦਾਸ, ਇੱਕ ਇੱਥੇ ਸਾਡੇ ਜੋ ਕਵੀ ਲੋਕ ਹਨ, ਜਿਹੜੇ ਕਵੀਆਂ ਨੇ ਵੀ ਘੋੜੇ ਰੱਖੇ ਹਨ, ਇੱਥੇ ਆਨੰਦਪੁਰ ਸਾਹਿਬ ਦੇ ਅੰਦਰ ਮਹਾਰਾਜ ਕਹਿ ਰਹੇ ਨੇ ਉਸ ਚੰਦਨ ਕਵੀ ਨੂੰ, ਭਾਈ ਜਿਹੜੇ ਸਾਡੇ ਇੱਥੇ ਕਵੀਆਂ ਦੇ ਦਾਸ ਹਨ, ਕਵੀਆਂ ਨੇ ਜਿਹੜੇ ਘੋੜੇ ਤਿਆਦਕ ਰੱਖੇ ਹਨ, ਘੋੜਿਆਂ ਦੀ ਸੇਵਾ ਤੇ ਜਿਹੜੇ ਲਾਏ ਹੋਏ ਹਨ, ਉਹਨਾਂ ਵਰਗੇ ਪਾਠਤ ਸੁਨਤ ਆਨਤ ਜਬ ਕਾਸ, ਉਹ ਇਦਾਂ ਦੇ ਇੱਕ ਦੂਸਰੇ ਨੂੰ ਕਾਹੀ ਲੋਕ ਇਦਾਂ ਦੇ ਸਵਈਏ ਇੱਕ ਦੂਸਰੇ ਨੂੰ ਸੁਣਾਉਂਦੇ ਹਨ। ਚੰਦਨ ਕਵ ਗੁਰ ਕੇ ਬਚ ਸੁਨੇ, ਚੰਦਨ ਕਵੀ ਨੇ ਜਦੋਂ ਇੰਨੀ ਗੱਲ ਸੁਣੀ ਤੇ ਇੱਕੋ ਦਾ ਬੜਾ ਹੰਕਾਰ ਦੇ ਅੰਦਰ ਜਿਹੜਾ ਆਇਆ ਵੀ ਸੁਣ ਕਰਕੇ ਵੀ ਮਹਾਰਾਜ ਕਹਿ ਕੀ ਰਹੇ ਹਨ। ਗੁਰਦੇਵ ਜੀਆਂ ਦੇ ਬੋਲ ਸੁਣ ਕੇ ਬੋਲਿਓ ਧਰ ਕਰ ਅਚਰਜ ਕਣੇ, ਬੜਾ ਮਨ ਦੇ ਅੰਦਰ ਅਚਰਜ ਜਾ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ ਕੀ ਤੁਸੀਂ ਕੀ ਕਹਿ ਰਹੇ ਹੋ? ਕਹਿੰਦੇ ਮੈਂ ਤਾਂ ਬੜੇ ਦੇ ਡੂੰਘੇ ਅਰਥ ਰੱਖੇ ਸਾਰਾ। ਇੱਕ ਕਾਹੀ ਕੋ ਲਿਹੋ ਬੁਲਾਏ, ਕਹਿੰਦੇ ਭਾਈ ਇੱਕ ਘਾਈ ਨੂੰ ਤੁਸੀਂ ਬੁਲਾ ਲਵੋ, ਜੋ ਇਸ ਕੇ ਦੇ ਅਰਥ ਸੁਣਾਏ, ਜਿਹੜਾ ਇਹਦੇ ਭਾਈ ਹੁਣ ਇੱਥੇ ਖਲੋ ਕੇ ਅਰਥ ਸੁਣਾ ਦੇਵੇ। ਜਿਸੇ ਆਵੇ ਮੋਹਿ ਪ੍ਰਤੀਤ, ਜਿਸ ਤੋਂ ਭਾਵ ਚੰਦਨ ਕਵੀ ਲੱਗਾ ਕਹਿਣ ਜੇ ਹੈ ਐਸੀ ਗੱਲ ਤਾਂ ਘਾਈ ਸੱਦ ਲਵੋ ਵੀ ਮੈਨੂੰ ਵੀ ਪ੍ਰਤੀਤ ਆ ਜਾਵੇ। ਸਭਾ ਗੁਰੂ ਕੀ ਹੈ ਕਵ ਜੀਤ, ਵੇਖ ਲਵਾਂਗਾ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸਭਾ ਦੇ ਅੰਦਰ ਐਸੇ ਜਿਹੜੇ ਗੁਣੀ ਗਿਆਨੀ ਕਵੀ ਭਾਵ ਬੜੇ ਸੁਗੜ ਸਿਆਣੇ ਹਨ। ਹੇ ਮਲਸਟਕਾ ਜੁਤ ਤੈਂ ਖਰਿਓ, ਜੋ ਸਥਾਨ ਤੇ ਚੋਬਦਾਰ ਖਲੋਤਾ ਸੀ ਹੇਮ ਲਸਟਕਾ ਜਿਹਦੇ ਹੱਥ ਦੇ ਅੰਦਰ ਭਾਵ ਸੁਨਹਿਰੀ ਚੋਬ ਸੀ, ਮਹਾਰਾਜ ਜੀ ਨੇ ਉਹਨੂੰ ਕਿਹਾ ਭਾਈ ਜਾ ਸੁਨੇਹਾ ਸਾਡਾ ਲਾਉਣਾ ਕਰ ਇੱਕ ਕਾਹੀ ਨੂੰ। ਪ੍ਰਭ ਸੁਨ ਤਾਹੇ ਪਠਾਵਨ ਕਰਿਓ, ਪ੍ਰਭੂ ਜੀਆਂ ਨੇ ਸਤਿਗੁਰੂ ਜੀਆਂ ਨੇ ਭੇਜਣਾ ਕੀਤਾ ਹੈ। ਆਨਹੁ ਧੰਨਾ ਸਿੰਘ ਹਕਾਰ, ਮਹਾਰਾਜ ਕਹਿੰਦੇ ਭਾਈ ਉਥੇ ਧੰਨਾ ਸਿੰਘ ਹੋਵੇਗਾ, ਧੰਨਾ ਸਿੰਘ ਨੂੰ ਤੁਸੀਂ ਬੁਲਾ ਲਵੋ। ਇਸ ਹੀ ਛਿਨ ਕੁਛ ਲਗੇ ਨਾ ਬਾਰ, ਉੱਥੇ ਦਾ ਨਾਲ ਹੀ ਸਤਿਗੁਰੂ ਜੀਆਂ ਦਾ ਹੁਕਮ ਸੀ। ਉਹ ਸਤਿਗੁਰੂ ਜੀਆਂ ਦਾ ਹੁਕਮ ਸੁਣਦਿਆਂ ਸਾਰ ਚੋਬਦਾਰ ਸਤਿਗੁਰੂ ਜੀਆਂ ਦਾ ਸੁਨੇਹਾ ਲੈ ਕਰਕੇ ਗਿਆ ਹੈ। ਸਤਿਗੁਰ ਹੁਕਮ ਮਾਨ ਸੋ ਗਇਓ, ਮਹਾਰਾਜ ਜੀਆਂ ਦਾ ਹੁਕਮ ਮੰਨ ਕੇ ਚਲਾ ਗਿਆ। ਧੰਨਾ ਸਿੰਘ ਸੰਗ ਕਹਿ ਦਿਓ, ਧੰਨਾ ਸਿੰਘ ਸਨ। ਸਤਿਗੁਰੂ ਮਹਾਰਾਜ ਜੀਆਂ ਦਾ ਸੁਨੇਹਾ ਸਤਿਗੁਰੂ ਜੀਆਂ ਦਾ ਹੁਕਮ ਯਾਦ ਦਿੱਤਾ। ਸੁਣ ਕੇ ਤਿਨ ਸੋ ਬੂਝਨ ਕੀਨਾ, ਮਹਾਰਾਜ ਜੀਆਂ ਦਾ ਸੁਨੇਹਾ ਜਦੋਂ ਮਿਲਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਹੁਕਮ ਜਦੋਂ ਮਿਲਿਆ, ਕਿਮ ਸਿਮਰਿਓ ਮੁਝ ਕਹੂੰ ਪ੍ਰਬੀਨਾ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਅੱਜ ਮੈਨੂੰ ਨਿਰਗੁਣੇ ਨੂੰ ਗੁਰਦੇਵ ਮਹਾਰਾਜ ਜੀਆਂ ਨੇ ਕਿਵੇਂ ਯਾਦ ਕੀਤਾ ਹੈ। ਅੱਗੇ ਤਾਂ ਸਤਿਗੁਰੂ ਜੀਆਂ ਨੇ ਜਿਵੇਂ ਕੋਈ
ਮਨ ਦੇ ਅੰਦਰ ਹੁੰਦਾ ਵੀ ਹੈ ਵੀ ਕਿਤੇ ਮੇਰੀ ਕੋਈ ਸ਼ਿਕਾਇਤ ਤੇ ਆਦਿਕ ਨਾ ਹੋ ਗਈ ਹੋਵੇ, ਕਿਤੇ ਮੈਥੋਂ ਕੋਈ ਭੁੱਲਣਾ ਨਾ ਹੋ ਗਈ ਹੋਵੇ, ਕੋਈ ਮੈਥੋਂ ਗੁਸਤਾਖੀ ਨਾ ਹੋ ਗਈ ਹੋਵੇ। ਮਨ ਅੰਦਰ ਕਵੀ ਆਪਣਾ ਧੰਨਾ ਸਿੰਘ ਲੱਗੇ ਸੋਚਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਅੱਜ ਕਿਉਂ ਬੁਲਾਇਆ, ਅੱਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਵੇਲੇ ਤਾਂ ਕਦੇ ਨਹੀਂ ਬੁਲਾਇਆ। ਖੈਰ ਸੁਖ ਹੋਵੇ ਸਹੀ, ਅਜਿਹੀ ਗਿਣਤੀ ਧੰਨਾ ਸਿੰਘ ਜੀ ਨੇ ਆਪਣੇ ਹਿਰਦੇ ਅੰਦਰ ਸੋਚੀ ਹੈ ਵੀ ਮਹਾਰਾਜ ਜੀ ਨੇ ਮੈਨੂੰ ਚੇਤੇ ਕਿਉਂ ਕੀਤਾ ਹੈ। ਚੋਬਦਾਰ ਤਬ ਕਹਿਓ ਪ੍ਰਸੰਗ, ਫਿਰ ਚੋਬਦਾਰ ਨੇ ਇਹ ਪ੍ਰਸੰਗ ਦੱਸਿਆ, ਸਾਰੀ ਗੱਲ ਦੱਸੀ ਹੈ। ਜਿਮ ਗੁਰ ਭਣਿਓ ਕਵੀ ਕੇ ਸੰਗ, ਇਸ ਪ੍ਰਕਾਰ ਕਵੀ ਦੇ ਨਾਲ ਖਲੋਤਿਆਂ ਉੱਥੇ ਸਾਰੀ ਗੱਲਬਾਤ ਹੋਈ। ਧੰਨਾ ਸਿੰਘ ਸੁਜਾਨ ਸਭ ਜਾਣੀ, ਧੰਨਾ ਸਿੰਘ ਸੁਜਾਨ ਉਹਨਾਂ ਸਾਰੀ ਗੱਲ ਜਾਣ ਲਈ। ਸਫਲ ਕਰੀ ਚਾਹੇ ਹੁਣ ਗੁਰਬਾਣੀ, ਮਹਾਰਾਜ ਜੀਆਂ ਦੇ ਬੋਲਾਂ ਨੂੰ ਸਫਲ ਕਰਨਾ ਹੈ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਬੋਲਾਂ ਨੂੰ ਇਹਨੇ ਇਹ ਧੰਨਾ ਸਿੰਘ ਜੀਆਂ ਨੇ ਸਤਿਗੁਰੂ ਜੀਆਂ ਦੇ ਬੋਲਾਂ ਨੂੰ ਭਾਵ ਸਫਲ ਕਰਨ ਵਾਸਤੇ ਬਹੁਤ ਮੌਲ ਕੇ ਬਸਰ ਉਤਾਰੇ, ਜਿਹੜੇ ਭਾਈ ਕੱਪੜੇ ਵੀ ਪਾਏ ਸਨ ਕੰਮਕਾਰ ਤੋਂ ਪਛਾਤ ਮਹਿੰਗੇ ਉਹ ਵੀ ਉਤਾਰ ਦਿੱਤੇ। ਜੀਰਨ ਮੋਟ ਦੇਹ ਪਰ ਧਾਰੇ, ਮੋਟਾ ਜਿਹਾ ਕੱਪੜਾ ਆਪਣੇ ਪਿੰਡੇ ਉੱਪਰ ਪਾ ਕਰਕੇ ਇੱਕ ਖੁਰ ਪਾ ਲੈ ਕਰ ਜੁਤ ਜਾਰੀ, ਇੱਕ ਇਹਨਾਂ ਦੇ ਹੱਥ ਦੇ ਅੰਦਰ ਭਾਈ ਧੰਨਾ ਸਿਉ ਦੇ ਹੱਥ ਦੇ ਅੰਦਰ ਇੱਕ ਰੰਬਾ ਸੀ, ਇੱਕ ਇਹਦੇ ਹੱਥ ਦੇ ਅੰਦਰ ਪੱਲੀ ਜਾਲੀ ਤੇ ਇੱਕ ਤੰਗਲੀ ਇਤਿਆਦਿਕ। ਇਸ ਤਰੀਕੇ ਨਾਲ ਸਤਿਗੁਰੂ ਜੀਆਂ ਦੇ ਦਰਬਾਰ ਵੱਲ ਜਾਣ ਲੱਗੇ। ਇਕੱਠੀ ਕਰ ਸਿਕੰਦ ਪਰ ਡਾਰੀ, ਸਾਰਾ ਇਕੱਠੇ ਕਰਕੇ ਪੱਲੀ ਮੋਢੇ ਤੇ ਰੱਖ ਕੇ ਸਤਿਗੁਰੂ ਜੀਆਂ ਦੇ ਦਰਬਾਰ ਵੱਲ ਭਾਈ ਧੰਨਾ ਸਿਉ ਗਏ। ਸਭ ਕਾਹੀ ਕੋ ਬੇਖ ਸਾਰਾ ਬਣਾਇਓ, ਉਸੇ ਤਰ੍ਹਾਂ ਜਿਹੜਾ ਭੀਖ ਸੀ ਭਾਈ ਕਾਈ ਵਾਲਾ ਇਹਨਾਂ ਬਣਾਇਆ ਹੈ। ਸ਼ੰਕ ਬਹੀਨ ਸਭਾ ਮਹਿ ਆਇਓ, ਸ਼ੰਕ ਵਿਹੀਨ, ਸ਼ੰਕਾ ਤੋਂ ਭਾਵ ਹਰ ਤਰੀਕੇ ਤੋਂ ਭਾਵ ਸੰਸਾ ਇਤਿਆਦਿਕ ਦੂਰ ਕਰਕੇ ਸਤਿਗੁਰੂ ਜੀ ਕੀ ਸਭਾ ਅੰਦਰ ਭਾਈ ਧੰਨਾ ਸਿਉ ਪਹੁੰਚੇ ਹਨ। ਗੁਰਪਦ ਪਦਮ ਕੀਨ ਤਬ ਨਮੋ, ਹੁੰਦਿਆਂ ਸਤਿਗੁਰੂ ਜੀਆਂ ਨੂੰ ਡੰਡੌਤ ਕਰਕੇ ਨਮਸਕਾਰ ਕਰਕੇ ਉਚਿਤ ਥਾਨ ਬੈਠਿਓ ਤੇ ਸਮੋ, ਇੱਕ ਉਚਿਤ ਥਾਨ ਸੀ ਜਗ੍ਹਾ ਜੋਗ ਵੇਖ ਕਰਕੇ ਇੱਕ ਪਾਸੇ ਭਾਈ ਧੰਨਾ ਸਿਉ ਬੈਠ ਗਏ। ਸ਼੍ਰੀ ਕਲਗੀਧਰ ਹੁਕਮ ਉਚਾਰਾ, ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਕਰਦੇ ਹਨ। ਇਹ ਕਬ ਹੈ ਮਤ ਮਾਨੇ ਉਦਾਰਾ, ਮਹਾਰਾਜ ਕਹਿੰਦੇ ਭਾਈ ਇੱਕਾ ਕਵੀ ਜੀ ਆਏ ਹਨ। ਚੰਦਨ ਕਵੀ ਵੱਲ ਇਸ਼ਾਰਾ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਬੜੇ ਸੁਗੜ ਸਿਆਣੇ ਕਵੀ ਆਏ ਹਨ। ਰਚ ਕਰ ਆਨਿਓ ਏਕ ਸਵਈਆ, ਇਹਨਾਂ ਨੇ ਇੱਕ ਸਵਈਏ ਦੀ ਰਚਨਾ ਕਰਕੇ ਕੋਈ ਰਚਨਾ ਲਿਖ ਕਰਕੇ ਕਵਿਤਾ ਲਿਖ ਕੇ ਸਵਈਆ ਲਿਖ ਕੇ ਲਿਆਏ ਹਨ। ਅਰਥ ਵਿਚਾਰੋ ਦੇਹੋ ਸੁਣਾਈਗਾ, ਔਰ ਸਾਰੀ ਸੰਗਤ ਨੂੰ ਤੁਸੀਂ ਇਹਦੇ ਅਰਥ ਸੁਣਾਉਣੇ ਕਰੋ। ਸੁਣ ਧੰਨਾ ਸਿੰਘ ਅਰਥ ਬਖਾਨਾ, ਫਿਰ ਭਾਈ ਧੰਨਾ ਸਿਉ ਨੇ ਕਿਹਾ ਮਹਾਰਾਜ ਤੁਹਾਡੀ ਆਗਿਆ ਹੋਵੇ ਤੁਸੀਂ ਆਗਿਆ ਕਰੋ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰਾ ਦਾ ਹੱਥ ਰੱਖੋ। ਗੁਰਦੇਵ ਜੀ ਕਿਉਂ ਨਹੀਂ, ਜੇ ਆਪ ਜੀ ਦੀ ਆਗਿਆ ਹੋਵੇ। ਤੇ ਖੋੜਸ ਬਰਖਨ ਬੈਵਾਨਾ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਸਤਿਗੁਰੂ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਸੁਣ ਕਰਕੇ ਨਵਸਾਤ ਤੀਏ ਨਵਸਾਤ ਪੀਏ, ਉਹ ਸਾਰੇ ਸਵਈਏ ਨੂੰ ਸੁਣ ਕਰਕੇ ਸਤਿਗੁਰੂ ਜੀਆਂ ਦੇ ਦਰਬਾਰ ਦੇ ਅੰਦਰ ਹੁਣ ਭਾਈ ਧੰਨਾ ਸਿਉ ਉਹਦੇ ਅਰਥ ਕਰਨ ਲੱਗੇ ਹਨ। ਜਿਹੜਾ ਕਵੀ ਚੰਦਨ ਨੇ ਸਵਈਆ ਲਿਖਿਆ ਹੈ, ਭਾਈ ਧੰਨਾ ਸਿਉ ਨੇ ਇਹਦੇ ਅਰਥ ਕਰਨੇ ਆਰੰਭ ਕੀਤੇ। ਤਨ ਖੋੜਸ ਸ਼ਿੰਗਾਰ ਸੁਹਾਇਓ, ਕਹਿੰਦੇ ਭਾਈ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਭਰੀ ਸਭਾ ਦੇ ਅੰਦਰ ਕਹਿੰਦੇ ਇਹ ਤਾਂ ਸਾਰੀ ਸਤਿਗੁਰੂ ਜੀ ਨਵਸਾਤ, ਨਵਸਾਤ ਦੇ ਅਰਥ 9 ਤੇ 7 16 ਗਿਣਤੀ ਦੀ ਸਾਰੀ ਸਤਿਗੁਰੂ ਜੀ ਖੇਡ ਜੀ ਰੱਖੀ ਹੈ ਨੇ ਵਿੱਚ। ਇਸ ਸਵਈਏ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨਵਸਾਤ ਤੀਏ ਨਵਸਾਤ ਕੀਏ, ਇਹਦੇ ਅੰਦਰ ਨਵ ਤੋਂ ਭਾਵ 9, 7 ਤੋਂ ਭਾਵ 7, ਨਵਸਾਤ 9, 7, 16 ਵਰਿਆਂ ਵਾਲੀ ਇੱਕ ਲੜਕੀ ਇਸਤਰੀ ਨੇ ਨਵਸਾਤ ਕੀਏ 16 ਤਰ੍ਹਾਂ ਦੇ ਤਨ ਦੇ ਉੱਪਰ ਸ਼ਿੰਗਾਰ ਕੀਤੇ।
ਇਹ ਹੁਣ ਜਿਹੜੇ ਕਵੀ ਜਿਹਦੇ ਰਚਨਾ ਦੇ ਅਰਥ ਭਾਈ ਧੰਨਾ ਸਿਉ ਕਰਨ ਲੱਗੇ ਹਨ। ਤੇ ਖੋੜਸ ਬਰਖਣ ਬੇਵਾਨਾ। ਕਹਿੰਦੇ ਇਹਦੇ ਅਰਥ ਇਹ ਨੇ 9 7 16 ਵਰਖਾਂ ਦੀ ਇੱਕ ਲੜਕੀ ਨੇ 16 ਤਰ੍ਹਾਂ ਦੇ ਸ਼ਿੰਗਾਰ ਕੀਤੇ। 16 ਮਹੀਨਿਆਂ ਬਾਅਦ ਉਹਦਾ ਪੀਆ, ਉਹਦਾ ਘਰ ਵਾਲਾ ਵਿਦੇਸ਼ ਤੋਂ ਘਰ ਵਿੱਚ ਆਇਆ। ਖੋੜਸ ਮਾਸਨ ਮਹਿ ਪੈ ਆਇਓ। 16 ਮਹੀਨਿਆਂ ਬਾਅਦ ਉਹ ਆਪਣੇ ਘਰ ਵਿੱਚ, ਉਹਦੀ ਵੀ ਆਰਬਲਾ, ਉਹਦੀ ਉਮਰ ਵੀ 16 ਵਰਿਆਂ ਦੀ ਹੈ। ਖੋੜਸ ਘਰ ਕੋ ਚੋਪਰ ਰਚਿਓ। ਤੇ 16 ਘਰਾਂ ਵਾਲੀ ਚੌਪਰ ਦੀ ਬਾਜੀ ਉਹਨਾਂ ਨੇ ਖੇਡਣੀ ਕੀਤੀ। ਖੋੜਸ ਦਾਵ ਲਾਏ ਸੁਖ ਮਚਿਓ। ਤੇ ਉਹਨਾਂ ਨੇ ਇਹ 16 ਕਲਾ ਵਾਲੀ ਚੌਪਰ ਦੀ, ਆਪਣੀ ਚੌਪੜ ਦੀ ਬਾਜੀ ਖੇਡਣੀ ਆਰੰਭ ਕੀਤੀ ਤੇ ਇਹਦੇ ਅੰਦਰ ਸ਼ਰਤ ਰੱਖ ਕਰਕੇ ਖੇਡੇ ਹਨ। ਸੋਈ ਖੋੜਸ ਪਿਆਰੋ ਲਿਆਇਓ। ਔਰ ਅਖੀਰ ਦੇ ਅੰਦਰ ਜਿਹੜਾ 16ਵਾਂ ਦਾਵ ਸੀ ਉਹ ਪੀਆ ਪਤੀ ਦਾ 16ਵਾਂ ਦਾਵ ਪੈ ਗਿਆ। ਖੋੜਸ ਕੀ ਬਾਜੀ ਜੈ ਪਾਇਓ। ਉਹਨੇ ਫਿਰ 16 ਕਲਾ ਵਾਲੀ ਜਿਹੜੀ ਨਵਸਾਤ ਬਾਜੀ ਸੀ ਚੌਪੜ ਦੀ, ਉਹ ਬਾਜੀ ਜਿੱਤ ਗਿਆ। ਖੋੜਸ ਕਲਾ ਚੰਦ ਮੁਖ ਜੋਈ। ਔਰ 16 ਜਿਨੇ ਆਪਣੇ ਭਾਵ 16 ਤਰ੍ਹਾਂ ਦੇ ਸ਼ਿੰਗਾਰ ਇਤਿਆਦਿ ਕੀਤੇ ਸਨ, ਉਹਦੇ ਮੁਖੜੇ ਉੱਪਰ ਹਾਰ ਪਾਏ ਤ੍ਰੈ ਸ਼ਾਦਤ ਸੋਈ। ਉਹਨੇ ਆਪਣੇ ਭਾਵ ਮੁਖ ਨੂੰ ਕੱਪੜੇ ਨਾਲ ਢੱਕ ਲਿਆ। ਮਨੋ ਮੇਘ ਮੈਂ ਨਿਸਪਤ ਛਾਇਓ। ਜਿਸ ਪ੍ਰਕਾਰ ਮੇਘ ਦੇ ਅੰਦਰ, ਬੱਦਲਾਂ ਅੰਦਰ ਚੰਦ ਛੁਪ ਜਾਂਦਾ ਹੈ, ਜਿਮ ਅੰਚਰ ਮੈਂ ਮੁਖ ਦਰਸਾਇਓ। ਇਸ ਪ੍ਰਕਾਰ ਉਹਨੇ ਆਪਣੇ ਮੂੰਹ ਨੂੰ ਕੱਪੜੇ ਨਾਲ ਜਾਂ ਹਾਰ ਨਾਲ ਢੱਕ ਲਿਆ ਹੈ। ਇਹ ਸੀ ਉਸ ਕਵੀ ਚੰਦਨ ਦਾ ਸਵਈਆ। ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪੀਏ, ਨਵਸਾਤ ਪਿਆਏ, ਨਵਸਾਤ ਰਚੇ, ਨਵਸਾਤ ਬਦੇ, ਨਵਸਾਤ ਪੀਆ ਪੈਦਾਇਕ ਪਾਏ। ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੈ ਮੁਖ ਅੰਚਰ ਛਾਏ। ਇਹ ਸੀ ਜਿਹੜਾ ਉਹਦਾ ਸਵਈਆ ਲਿਖ ਕਰਕੇ ਲਿਆਏ। ਤੇ ਭਾਈ ਧੰਨਾ ਸਿਉ ਨੇ ਅਰਥ ਕਰ ਦਿੱਤੇ। ਮਹਾਰਾਜ ਨਵਸਾਤ ਦੇ ਅਰਥ 9 7 16 16 ਬਸ ਅੱਖਰਾਂ ਦੇ ਸ਼ਬਦਾਂ ਦੀ ਇਹਨੇ ਥੋੜੀ ਜੀ ਹੇਰ ਫੇਰ ਕੀਤੀ ਹੈ। ਸਤਿਗੁਰ ਸਹਿਤ ਸਭਾ ਸਭ ਸੁਣਿਓ। ਗੁਰੂ ਜੀ ਸਹਿਤ ਸਾਰੀ ਸਭਾ ਨੇ ਅਰਥ ਸੁਣ ਲਏ। ਅਰਥ ਜਥਾਵਤ ਜਿਮ ਇਹ ਪਣਿਓ। ਜਿਵੇਂ ਉਹਨਾਂ ਨੇ ਅਰਥ ਭਣੇ ਹਨ। ਸੁਨ ਚੰਦਨ ਕਵਤਾ ਜੇ ਹੰਕਾਰਾ। ਹੁਣ ਕਵੀ ਚੰਦਨ ਜਿਹੜਾ ਇਹਨੇ ਆਪਣੇ ਮਨੋਂ ਕਿਹਾ ਵੀ ਮੈਂ ਤਾਂ ਬੜੀ ਡੂੰਗੀ ਬੁਝਾਰਤ ਪਾਈ ਸੀ, ਤੇ ਇਹਨਾਂ ਨੇ ਥੋੜੇ ਸਮੇਂ ਵਿੱਚ ਵੀ ਬੁੱਝ ਹੀ ਲਈ। ਤਿੱਕੋ ਦਾ ਜਿਹੜਾ ਅਹੰਕਾਰ ਸੀ ਦੂਰ ਹੋ ਗਿਆ। ਹਾਥ ਜੋਰ ਗੁਰ ਸਾਥੀ ਉਚਾਰਾ। ਖਲੋ ਕੇ ਨਾ ਭਰੀ ਸਭਾ ਅੰਦਰ ਮਹਾਰਾਜੀਆਂ ਵੱਲ ਹੱਥ ਕਰਕੇ ਜੋੜ ਕੇ ਗਲ ਵਿੱਚ ਪਾ ਕੇ ਪੱਲਾ ਖਲੋ ਕੇ ਕਵੀ ਚੰਦਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੱਗਾ ਕਹਿਣ, ਮਹਾਰਾਜ ਬਲ ਨਹ ਬੁੱਧ ਕੇਰਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈਣਾ, ਮੈਨੂੰ ਖਿਮਾ ਕਰ ਦੇਣਾ, ਮੇਰੀ ਇਤਨੀ ਸਮਰੱਥਾ ਨਹੀਂ। ਕਰਾਮਾਤ ਸਾਹਿਬ ਕੋ ਚੇਰਾ। ਇਹ ਮਹਾਰਾਜ ਸੱਚੇ ਪਾਤਸ਼ਾਹ ਵਾਕਿਆ ਹੀ ਜੋ ਆਪ ਜੀਆਂ ਦੇ ਬੋਲ ਹਨ ਉਹ ਸਤ ਹਨ। ਆਪ ਜੀ ਕਰਾਮਾਤ ਵਲੀ ਕਰਾਮਾਤੀ ਹੋ। ਗਰਬ ਨ ਚਲੇ ਆਪ ਕੇ ਆਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਾਹਮਣੇ ਕਾਹਦਾ ਕਿਸੇ ਦਾ ਅਹੰਕਾਰ ਚੱਲਦਾ ਹੈ। ਸਿਮਰੇ ਨਾਮ ਬਣਾ ਬਣ ਲਾਗੇ। ਮਹਾਰਾਜ ਸੱਚੇ ਪਾਤਸ਼ਾਹ ਬਸ ਆਪ ਜੀਆਂ ਦੇ ਨਾਮ ਸਿਮਰਨ ਵਿੱਚ ਜੁੜ ਜਾਈਏ। ਤਬ ਕਲਗੀਧਰ ਬਾਕ ਸੁਨਾਇਓ। ਫਿਰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀ ਸੁਣ ਕੇ ਗੱਲ, ਜਦੋਂ ਇਹਨੇ ਕਵੀ ਚੰਦਨ ਨੇ ਸ਼ਬਦ ਕਹੇ ਹਨ, ਧੰਨਾ ਸਿੰਘ ਜੋ ਤੋਹੇ ਬਣਾਇਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਧੰਨਾ ਸਿਉ ਨੂੰ ਕਿਹਾ, ਭਾਈ ਧੰਨਾ ਸਿਆ, ਹੁਣ ਜੋ ਤੁਸਾਂ ਨੇ ਕੋਈ ਰਚਨਾ ਲਿਖੀ ਹੋਵੇ ਇਹਨਾਂ ਦਿਨਾਂ ਦੇ ਅੰਦਰ, ਕੋਈ ਤੁਹਾਡੇ ਕੋਲ ਹੋਵੇ ਵੀ ਤੁਸੀਂ ਕੋਈ ਸੰਗਤ ਵਿੱਚ ਸੁਣਾਉਣੀ ਚਾਹੁੰਦੇ ਹੋਵੋ, ਜਾਂ ਤੁਸੀਂ ਕੋਈ ਚੰਦਨ ਕਵੀ ਨੂੰ ਸੁਣਾਉਣੀ ਚਾਹੁੰਦੇ ਹੋਵੋ, ਸੋ ਪਾਠ ਇਸ ਤੇ ਅਰਥ ਕਰਾਵੋ। ਉਹਦੇ ਅਰਥ ਆਪਾਂ ਭਾਈ
ਚੰਦਨ ਕਵੀ ਤੋਂ ਕਰਵਾ ਲੈਨੇ ਹਾਂ। ਜੇ ਕੋਈ ਤੁਸਾਂ ਨੇ ਇਦਾਂ ਦੀ ਕੋਈ ਰਚਨਾ ਇਸ ਪ੍ਰਕਾਰ ਲਿਖੀ ਹੋਵੇ, ਸੁਨਹੁ ਭਲੇ ਪੁਨ ਆਪ ਸੁਨਾਵ। ਇਸ ਪ੍ਰਕਾਰ ਨਾਲੇ ਤੁਸੀਂ ਆਪ ਸਰਵਣ ਸਾਰੀ ਸੰਗਤ ਨੂੰ ਕਰਾਉਣਾ ਕਰੋ। ਸਭਾ ਵਿਖੇ ਜਬ ਸਤਿਗੁਰ ਕਹਿਓ, ਸਭਾ ਦੇ ਅੰਦਰ ਕਲਗੀਧਰ ਮਹਾਰਾਜ ਜੀਆਂ ਨੇ ਬੋਲ ਕਹੇ, ਆਸ਼ੈ ਸਕਲ ਸਿੰਘ ਨੇ ਲਹਿਓ। ਹੁਣ ਭਾਈ ਧੰਨਾ ਸਿਉ ਨੇ ਸਾਰਾ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਸ਼ਾ ਸਮਝ ਲਿਆ। ਕਥੋ ਅਰਥ ਜੇ ਕਰ ਲਖ ਪਾਇਓ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਹੱਥ ਜੋੜ ਕਰਕੇ ਭਾਈ ਧੰਨਾ ਸਿਉ ਨੇ ਫਿਰ ਵਚਨ ਜਿਹੜੇ ਸਨ ਉਹ ਆਰੰਭ ਕੀਤੇ। ਉਬੈ ਸਵਈਗਾ ਕਰਿਓ ਸੁਨਾਇਓ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲ ਫਿਰ ਇਹਨਾਂ ਨੇ ਭਾਈ ਧੰਨਾ ਸਿਉ ਨੇ ਜਿਹੜਾ ਫਿਰ ਸਵਈਆ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਸੁਣਾਇਆ ਹੈ। ਸਵਈਆ ਮੀਨਾ ਮਰੇ ਜਲ ਕੇ ਪਰਸੇ। ਗੁਰਦੇਵ ਮਹਾਰਾਜ ਜੀਆਂ ਦੇ ਕੋਲ ਹੁਣ ਭਰੀ ਸਭਾ ਦੇ ਅੰਦਰ ਹੁਣ ਕਵੀ ਭਾਈ ਧੰਨਾ ਸਿਉ ਆਪਣੀ ਜਿਹੜੀ ਉਹਨਾਂ ਦੀ ਰਚਨਾ ਸੀ ਉਹ ਲੱਗੇ ਸੁਣਾਉਣ। ਕੀ ਕਹਿੰਦੇ? ਭਾਈ ਚੰਦਨ ਕਵੀ ਨੂੰ ਲੱਗੇ ਕਹਿਣ ਵੀ ਧਿਆਨ ਨਾਲ ਸੁਣੀ ਮੇਰੀ ਹੁਣ ਗੱਲ ਨੂੰ, ਤੂੰ ਮੈਂ ਤੇਰੀ ਗੱਲ ਨੂੰ ਸੁਣਿਆ, ਤੂੰ ਮੇਰੀ ਗੱਲ ਨੂੰ ਸੁਣ। ਮੈਂ ਤੇਰੇ ਸਵਈਏ ਦੇ ਅਰਥ ਕੀਤੇ, ਹੁਣ ਤੇਰੀ ਜ਼ਿੰਮੇਵਾਰੀ ਇਹ ਬਣਦੀ ਹੈ ਧਿਆਨ ਨਾਲ ਸੁਣ ਕੇ ਅਰਥ ਕਰ। ਕੀ? ਮੀਨ ਮਰੇ ਜਲ ਕੇ ਪਰਸੇ, ਮਛਲੀ ਮਰ ਜਾਂਦੀ ਹੈ ਪਾਣੀ ਦੇ ਛੂੰਦਿਆਂ ਹੀ। ਕਬਹੁ ਨਾ ਮਰੇ ਪਰ ਪਾਵਕ ਪਾਏ। ਪਰ ਨਹੀਂ ਮਰਦੀ ਜੇ ਉਹਨੂੰ ਅੱਗ ਦੇ ਉੱਪਰ ਰੱਖ ਕੇ ਭੁੰਨ ਦਈਏ। ਹਾਥੀ ਮਰੇ ਮਦ ਕੇ ਪਰਸੇ। ਹਾਥੀ ਮਰ ਜਾਂਦਾ ਹੈ। ਹੁਣ ਇਹ ਭਾਈ ਧੰਨਾ ਸਿਉ ਸੁਣਾ ਰਹੇ ਨੇ, ਹਾਥੀ ਮਰ ਜਾਂਦਾ ਹੈ ਸ਼ਰਾਬ ਨੂੰ ਮਦ ਨੂੰ ਪੀਣ ਦੇ ਨਾਲ। ਕਬਹੁ ਨਾ ਮਰੇ ਤਨ ਤਾਪ ਕੇ ਆਏ। ਪਰ ਨਹੀਂ ਮਰਦਾ ਜੇ ਪਿੰਡੇ ਤੇ ਤਾਪ ਜਾਂ ਉਹਨੂੰ ਤਾਪ ਚੜ ਜਾਵੇ। ਤੀ ਮਰੇ ਪੀ ਕੇ ਪਰਸੇ। ਇਸਤਰੀ ਮਰ ਜਾਂਦੀ ਹੈ ਪਤੀ ਦੇ ਛੂੰਦਿਆਂ ਹੀ। ਕਬਹੁ ਨਾ ਮਰੇ ਪਰਦੇਸ ਸਦਾਏ। ਪਰ ਨਹੀਂ ਮਰਦੀ ਜੇ ਉਹ ਪਰਦੇਸ ਚਲਾ ਜਾਏ। ਗੁੜ ਮੈਂ ਬਾਤ ਕਹੀ ਦੇ ਜਰਾਜ। ਅਖੀਰ ਤੇ ਆਪਣੀ ਰਚਨਾ ਦੇ ਟੇਕ ਤੇ ਜਿਹੜੀ ਟੇਕ ਉਹਨਾਂ ਨੇ ਰੱਖੀ ਭਾਈ ਧੰਨਾ ਸਿੰਘ ਨੇ ਟੇਕ ਰੱਖੀ, ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਕਹਿੰਦੇ ਮੈਂ ਬੜੀ ਡੂੰਗੀ ਗੱਲ ਕਹੀ ਕਵੀ ਜੀ, ਨਹੀਂ ਸਮਝ ਲੱਗਣੀ ਜੇ ਤੂੰ ਨਾ ਧਿਆਨ ਨਾਲ ਗੱਲ ਸੁਣੀ ਜਾਂ ਤੂੰ ਆਪਣੀ ਬੜੀ ਵਿਵੇਕ ਬੁੱਧੀ ਦੇ ਨਾਲ ਜੇ ਤੂੰ ਇਹਦੇ ਅਰਥ ਨਾ ਕੀਤੇ। ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਬਿਨਾ ਚਿਤ ਲਾਏ ਤੂੰ ਨਹੀਂ ਵਿਚਾਰ ਸਕੇਗਾ। ਕੌਲ ਮਰੇ ਰਬ ਕੇ ਪਰਸੇ। ਕੌਲ ਦਾ ਫੁੱਲ ਜੋ ਖਿੜਿਆ ਹੈ ਮਰ ਜਾਂਦਾ ਹੈ ਸੂਰਜ ਦੀ ਰੋਸ਼ਨੀ ਨਾਲ। ਕਬਹੁ ਨਾ ਮਰੈ ਸਸ ਕੀ ਸ਼ਬ ਪਰ ਨਹੀਂ ਮਰਦਾ ਚੰਦਨ ਆਪਣਾ ਚੰਦ ਦੀ ਕਿਰਨਾਂ ਦੇ ਨਾਲ ਉਹ ਨਹੀਂ ਮਰਦਾ। ਮਿੱਤਰ ਮਰੈ ਮਿੱਤ ਕੇ ਮਿਲ ਬੇ। ਮਿੱਤਰ ਮਰ ਜਾਂਦਾ ਹੈ ਮਿੱਤਰ ਦੇ ਮਿਲਦਿਆਂ। ਹੁਣ ਇਹਨਾਂ ਦੇ ਜਿਹੜੇ ਅਰਥ ਸਨ ਨਹੀਂ ਸਮਝ ਲੱਗ ਰਹੇ। ਕਵੀ ਚੰਦਨ ਕਵੀ ਖਲੋਤਾ ਸੁਣ ਰਿਹਾ ਵੀ ਸਾਰੀ ਗੱਲ ਵੀ ਮਛਲੀ ਤਾਂ ਪਾਣੀ ਵਿੱਚ ਰਹਿੰਦੀ ਹੈ, ਮੀਨ ਮਰੇ ਜਲ ਕੇ ਪਰਸੇ। ਪਰ ਭਾਈ ਧੰਨਾ ਸਿੰਘ ਕਹਿ ਰਹੇ ਨੇ ਵੀ ਜਲ ਵਿੱਚ ਰਹਿੰਦਿਆਂ ਪਾਣੀ ਛੂੰਦਿਆਂ ਮਛਲੀ ਮਰ ਜਾਂਦੀ ਹੈ। ਜਦੋਂ ਸਾਰੀ ਗੱਲ ਸੁਣੀ, ਕਬਹੁ ਨਾ ਮਰੇ ਜਬ ਦੂਰ ਸਿਦਾਏ। ਮਿੱਤਰ ਮਰ ਜਾਂਦਾ ਹੈ ਜਦੋਂ ਮਿੱਤਰ ਨਹੀਂ ਮਰਦਾ ਜਦੋਂ ਉਹਦਾ ਦੂਸਰਾ ਮਿੱਤਰ ਦੂਰ ਚਲਾ ਜਾਏ। ਸਿੰਘ ਮਰੇ ਜਬ ਮਾਸ ਮਿਲੇ। ਸਿੰਘ ਭਾਵ ਸ਼ੇਰ ਮਰ ਜਾਂਦਾ ਹੈ ਜਦੋਂ ਉਹਨੂੰ ਮਾਸ ਮਿਲ ਜਾਏ। ਕਬਹੁ ਨਾ ਮਰੇ ਜਬ ਹੱਥ ਨਾ ਆਏ। ਪਰ ਨਹੀਂ ਮਰਦਾ ਜਦੋਂ ਹੱਥ ਨਾ ਆਵੇ। ਗੁੜ ਮੈਂ ਬਾਤ ਕਹੀ ਦਿਜਰਾਜ। ਇਹ ਦਿਜਰਾਜ ਜੀ ਮੈਂ ਬੜੀ ਡੂੰਗੀ ਗੱਲ ਤੁਹਾਨੂੰ ਕਹੀ ਹੈ। ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਪਰ ਨਹੀਂ ਜੇ ਤੂੰ ਡੂੰਗੇ ਚਿਤ ਨਾਲ ਨਾ ਇਸ ਗੱਲ ਨੂੰ ਸੁਣਿਆ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਬਿਨਾ ਚਿਤ ਲਾਉਣ ਤੋਂ ਤੂੰ ਇਹਦੇ ਅਰਥ ਨਹੀਂ ਕਰ ਸਕਦਾ। ਜੋ ਭਾਈ ਧੰਨਾ ਸਿੰਘ ਬਣਾਏ ਸੁਣਾਏ। ਭਾਈ ਧੰਨਾ ਸਿਉ ਨੇ ਸਾਰੀ ਜਿਹੜੀ ਆਪਣੀ ਰਚਨਾ ਸੀ ਸਵਈਆ ਸੀ, ਕਿਉਂਕਿ ਉਹਨੇ ਕਵਿਤ ਸੁਣਾਇਆ ਆਪਣਾ ਸਵਈਆ ਸੁਣਾਇਆ। ਭਾਈ ਧੰਨਾ ਸਿਉ ਨੇ ਸਵਈਆ ਸੁਣਾਇਆ।
ਜਦੋਂ ਭਾਈ ਧੰਨਾ ਸਿੰਘ ਨੇ ਆਪਣੀ ਰਚਨਾ ਆਪਣਾ ਸਵਈਆ ਸੁਣਾਇਆ ਹੈ, ਚੰਦਨ ਕਵਤੇ ਅਰਥ ਨ ਆਏ। ਹੁਣ ਚੰਦਨ ਕਵੀ ਤੋਂ ਇਹਦੇ ਅਰਥ ਨਾ ਆਏ। ਰਹਿਓ ਵਿਚਾਰਤ ਥਿਰ ਚਿਰ ਕਾਲਾ। ਬੜਾ ਚਿਰ ਪੋਟੇ ਭੰਨਦਾ ਰਿਹਾ, ਬੜਾ ਚਿਰ ਮਨ ਅੰਦਰ ਗਿਣਤੀ ਵਿਚਾਰਦਾ ਰਿਹਾ। ਪੁਣ ਲੱਜਾ ਤਰ ਰਹਿਓ ਬਿਸਾਲਾ। ਫਿਰ ਲੱਜਤ ਹੋ ਗਿਆ, ਜਿਵੇਂ ਕੋਈ ਗੱਲ ਨਾ ਆਏ ਵੀ ਬੜੀ ਕੋਈ ਸ਼ੇਖੀ ਵੀ ਮਾਰੀ ਹੋਵੇ, ਦਮਗਜਾ ਵੀ ਮਾਰਿਆ ਹੋਵੇ ਵੀ ਮੈਂ ਤਾਂ ਬੜਾ ਸਿਆਣਾ ਹਾਂ, ਮੈਂ ਤਾਂ ਬੜਾ ਵਿਚਾਰਵਾਨ ਹਾਂ। ਹੁਣ ਭਾਈ ਧੰਨਾ ਸਿੰਘ ਦੇ ਹੱਥ ਦੇ ਅੰਦਰ ਰੰਬਾ, ਮੋਢੇ ਤੇ ਪੱਲੀ, ਕੋਲ ਹੱਥ ਦੇ ਅੰਦਰ ਤਿਰੰਗਲੀ, ਸਾਰਾ ਕੁਝ ਜਿਹੜਾ ਕੰਮਕਾਰ ਵਾਲਾ ਕਸਾਜੋ ਸਮਾਨ ਭਾਈ ਧੰਨਾ ਸਿੰਘ ਦੇ ਕੋਲ। ਤੇ ਕਦੀ ਭਾਈ ਧੰਨਾ ਸਿੰਘ ਵੱਲ ਵੇਖੇ ਤੇ ਕਦੇ ਧੌਣ ਨੀਵੀਂ ਕਰ ਲਵੇ। ਚੰਦਨ ਕਵੀ ਹੱਥ ਜੋੜ ਕਰਕੇ ਖਲੋਤਾ ਹੈ, ਕਿਉਂਕਿ ਉਹਦੇ ਸਵਈਏ ਨੂੰ ਤਾਂ ਭਾਈ ਧੰਨਾ ਸਿੰਘ ਨੇ ਛਿਨ ਸਮੇਂ ਵਿੱਚ ਹੀ ਅਰਥ ਕਰ ਦਿੱਤੇ। ਪਰ ਜਦੋਂ ਹੁਣ ਚੰਦਨ ਕਵੀ ਦੀ ਵਾਰੀ ਆਈ, ਕਦੀ ਉੱਪਰ ਵੇਖਦਾ ਹੈ, ਕਦੀ ਹੇਠਾਂ ਵੇਖਦਾ ਹੈ, ਪਰ ਹੁਣ ਕਰੇ ਕੀ ਅਰਥ ਨਹੀਂ ਆ ਰਹੇ। ਭਇਓ ਦੀਨ ਤਬ ਗੁਰ ਅਗਵਾਈ। ਸਤਿਗੁਰੂ ਜੀਆਂ ਦੇ ਸਮਕਸ਼ ਹੱਥ ਜੋੜ ਕੇ ਖਲੋ ਗਿਆ। ਮੁਖ ਤੇ ਕਛੂ ਨ ਬੋਲਿਓ ਜਾਈ। ਹੁਣ ਮੁਖ ਤੋਂ ਕੁਝ ਵੀ ਨਹੀਂ ਬੋਲਿਆ ਜਾ ਰਿਹਾ, ਬਸ ਬੋਲਣ ਦੀ ਕੋਸ਼ਿਸ਼ ਕਰਦਾ, ਕੰਬ ਰਿਹਾ ਹੈ ਵੀ ਹੁਣ ਕੀ ਬੋਲਾਂ, ਮੈਂ ਤਾਂ ਕੋਈ ਸ਼ੇਖੀ ਮਾਰੀ ਸੀ। ਮਹਿਮਾ ਮਹਾ ਜਾਨ ਪ੍ਰਭ ਕੇਰੀ। ਗੁਰਦੇਵ ਸੱਚੇ ਪਾਤਸ਼ਾਹ ਜੀਆਂ ਦੀ ਵੱਡੀ ਮਹਿਮਾ ਜਾਣ ਕੇ ਬੇਨਤੀ ਕਰਤ ਪਇਓ ਤਿਸ ਬੇਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਸ ਵਕਤ ਹੱਥ ਜੋੜ ਕੇ ਲੱਗਾ ਕਹਿਣ, ਜੇ ਰਾਵਰ ਕੀ ਚਰਨੀ ਲਾਗੇ। ਜੇ ਮੈਂ ਰਾਵਰ ਜੀ ਦੀ ਆਪ ਜੀ ਦੀ ਚਰਨੀ ਲੱਗ ਜਾਵਾਂ। ਮੂਰਖ ਪੀਚਾ ਤੁਰ ਬੜ ਪਾਕੇ। ਜਿਹੜੇ ਕੋਈ ਭਾਵ ਮੂਰਖ ਇਤਿਆਦਕ ਮੋਟੀ ਮੱਤ ਵਾਲੇ ਵੀ ਹਨ ਸਤਿਗੁਰੂ ਜੀ, ਉਹ ਵੀ ਸੁਗੜ ਸਿਆਣੇ ਹੋ ਜਾਂਦੇ ਹਨ। ਹੁਣ ਜੋ ਭਾਈ ਧੰਨਾ ਸਿੰਘ ਜੀ ਦੇ ਸਵਈਏ ਦੇ ਅਰਥ ਸਨ, ਭਾਈ ਧੰਨਾ ਸਿੰਘ ਜੀਆਂ ਦੇ ਸਵਈਏ ਦੇ ਅਰਥ ਤਾਂ ਸਿੱਧੇ ਹੀ ਸਨ। ਉਹਨਾਂ ਨੇ ਕੇਵਲ ਜਿਹੜਾ ਵਿਸ਼ਰਾਮ ਲਾਇਆ, ਉਹਨਾਂ ਨੇ ਵਿਸ਼ਰਾਮ ਥੋੜਾ ਅੱਗੇ ਪਿੱਛੇ ਲਾ ਦਿੱਤਾ। ਕੋਈ ਵੀ ਗੱਲਬਾਤ ਬੰਦਾ ਕਰਦਿਆਂ, ਜਿਵੇਂ ਦੋ ਪਾਵਨ ਪਵਿੱਤਰ ਬਾਣੀ ਪੜ੍ਹਦਿਆਂ ਜੇ ਆਪਾਂ ਕੋਈ ਵਿਸ਼ਰਾਮ ਥੋੜਾ ਅੱਗੇ ਪਿੱਛੇ ਲੱਗ ਜਾਏ, ਉਹਦੇ ਅਰਥ ਦੇ ਅਨਰਥ ਹੋ ਜਾਂਦੇ ਹਨ, ਅਰਥ ਇੱਕੋ ਦਮ ਤਬਦੀਲ ਹੋ ਜਾਂਦੇ ਹਨ। ਜਿਵੇਂ ਸਮਝਣ ਵਾਸਤੇ ਆਪ ਸਾਰੇ ਸੁਗੜ ਸਿਆਣੇ ਭਾਵ ਜੋ ਸਤਿਗੁਰੂ ਜੀ ਕੀ ਕਥਾ ਵਾਰਤਾ ਰੋਜ਼ਾਨਾ ਸਰਵਣ ਕਰਦੇ ਹੋ, ਕਈ ਵਰਿਆਂ ਤੋਂ ਸਰਵਣ ਕਰਦੇ ਹੋ, ਆਪ ਸਾਰੇ ਸੁਗੜ ਸਿਆਣੇ ਹੋ, ਪਰ ਫਿਰ ਵੀ ਅਰਥ ਕਰਨ ਵਾਸਤੇ ਜਿਵੇਂ ਇੱਕ ਪੰਕਤੀ ਹੈ, ਰੋਕੋ ਮਤ ਜਾਣੇ ਦੋ। ਰੋਕੋ ਤੇ ਆਪਾਂ ਲਾ ਦਈਏ ਮਤ ਜਾਣੇ ਦੋ, ਵੀ ਮਤਲਬ ਰੋਕ ਲਵੋ। ਤੇ ਜੇ ਆਪਾਂ ਇਹਨੂੰ ਇਉਂ ਕਹਿ ਦਈਏ ਵੀ ਰੋਕੋ ਮਤ ਜਾਣੇ ਦੋ, ਅਰਥ ਬਦਲ ਗਏ ਇੱਕ ਵਿਸ਼ਰਾਮ ਲਾਉਣ ਦੇ ਨਾਲ। ਹੁਣ ਜੋ ਭਾਈ ਧੰਨਾ ਸਿੰਘ ਜੀ ਦੇ ਸਵਈਏ ਦੇ ਅਰਥ ਨੇ, ਇੱਕ ਛੋਟੇ ਜਿਹੇ ਵਿਸ਼ਰਾਮ ਦੇ ਹੀ ਸਾਰੀ ਖੇਡ ਹੈ। ਭਾਈ ਧੰਨਾ ਸਿੰਘ ਕਹਿ ਰਹੇ ਸਨ, ਗਾ ਰਹੇ ਸਨ ਸਭਾ ਦੇ ਅੰਦਰ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ। ਪਰ ਪੜਨਾ ਇਹਨੂੰ ਕਿਸ ਤਰ੍ਹਾਂ ਸੀ, ਕਹਿਣਾ ਇਹਨੂੰ ਕਿਸ ਤਰ੍ਹਾਂ ਸੀ, ਕਹਿਣਾ ਇਸ ਤਰ੍ਹਾਂ ਸੀ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ। ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਤਨ ਤਾਪ ਕੋ ਆਏ। ਮਛਲੀ ਪਾਣੀ ਵਿੱਚ ਰਹਿੰਦਿਆਂ ਨਹੀਂ ਮਰਦੀ, ਮਰ ਜਾਂਦੀ ਹੈ ਜਦੋਂ ਕੋਈ ਇਹਨੂੰ ਅੱਗ ਦੇ ਉੱਪਰ ਰੱਖ ਕੇ ਭੁੰਨ ਦਵੇ। ਹਾਥੀ ਨਹੀਂ ਮਰਦਾ ਨਸ਼ੇ ਸ਼ਰਾਬ ਨੂੰ ਪੀਣ ਦੇ ਨਾਲ, ਮਰਦਾ ਹੈ ਜਦੋਂ ਪਿੰਡੇ ਤੇ ਤਾਪ ਆ ਜਾਏ। ਜੋ ਭਾਈ ਧੰਨਾ ਸਿੰਘ ਕਬਹੂ ਨਾ ਤੋਂ ਭਾਵ ਪਹਿਲਾਂ ਵਿਸ਼ਰਾਮ ਲਾ ਰਹੇ ਸਨ, ਉਹਦਾ ਵਿਸ਼ਰਾਮ ਬਾਅਦ ਵਿੱਚ ਲਾਉਣਾ ਸੀ, ਪਰ ਚੰਦਨ ਕਵੀ ਤੋਂ ਇਹ ਜਿਹੜੀ ਖੇਡ ਸੀ ਨਾ ਸਮਝੀ ਗਈ। ਸਾਰਾ ਜਿਹੜਾ ਸਵਈਆ ਹੈ ਇਸੇ ਤਰ੍ਹਾਂ ਹੈ। ਆਪ ਜੀਆਂ ਨੇ ਜੇ ਦਰਸ਼ਨ ਕੀਤੇ ਹੋਣ, ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਏ। ਹਾਥੀ ਮਰੇ ਮਦ ਕੇ ਪਰਸੇ ਕਬਹੂ ਨਾ ਮਰੇ ਤਨ ਤਾਪ ਕੋ ਆਏ। ਤੀਆਂ ਮਰੇ ਪਿਆ ਕੇ ਪਰਸੇ ਕਬਹੂ ਨਾ ਮਰੇ ਪਰਦੇਸ ਸਦਾਏ। ਗੂੜ ਮੈਂ ਬਾਤ ਕਹੀ ਦਿਜਰਾਜ ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਇਸੇ ਤਰ੍ਹਾਂ ਸੀ ਕੌਲ ਮਰੈ ਤਬ ਕੇ ਪਰਸੇ ਕਬਹੂ ਨਾ ਮਰੇ ਸਸ ਕੀ ਸ਼ਬ ਪਾਏ। ਮਿੱਤਰ ਮਰੇ ਮਿੱਤ ਕੇ ਪਰਸੇ ਕਬਹੂ ਨਾ ਮਰੇ ਪਰਦੇਸ ਸਦਾਏ। ਸਿੰਘ ਮਰੇ ਜਬ ਮਾਸ ਮਿਲੇ ਕਬਹੂ ਨਾ ਮਰੇ ਜਬ ਹਾਥ ਨਾ ਆਏ। ਸ਼ੇਰ ਮਰ ਜਾਂਦਾ ਹੈ ਜਦੋਂ ਭਾਵ ਉਹਨੂੰ ਮਾਸ ਨਾ ਮਿਲੇ। ਮਾਸ ਮਿਲਣ ਦੇ ਨਾਲ ਹੁਣ ਸ਼ੇਰ ਮਰਦਾ ਤਾਂ ਨਹੀਂ,
ਪਰ ਇਹਨਾਂ ਨੇ ਜਿਹੜੇ ਸਵਈਏ ਦੇ ਥੋੜੇ ਜਿਹੇ ਵਿਸ਼ਰਾਮ ਅੱਗੇ ਪਿੱਛੇ ਲਾਏ। ਗੂੜ ਮੈਂ ਬਾਤ ਕਹੀ ਦਿਜਰਾਜ, ਵਿਚਾਰ ਸਕੇ ਨਾ ਬਿਨਾ ਚਿਤ ਲਾਏ। ਇਹ ਵਾਲੀ ਸਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਕੋਲ ਇਸ ਪ੍ਰਕਾਰ ਭਾਈ ਧੰਨਾ ਸਿਉ ਨੇ ਜਿਹੜਾ ਸਵਈਆ ਸੀ ਉਹ ਗਾਇਨ ਕੀਤਾ, ਪਰ ਕਵੀ ਚੰਦਨ ਦੇ ਪਾਸੋਂ ਇਹਦੇ ਅਰਥ ਨਾ ਹੋ ਸਕੇ। ਕੌਣ ਚਾਹੇ ਸਮਤਾ ਤਿਨ ਕੇ, ਮਹਾਰਾਜ ਸੱਚੇ ਪਾਤਸ਼ਾਹ ਆਪ ਜੈਸੀ ਸਮਤਾ ਕਿਸੇ ਤੋਂ ਕੀ ਹੋ ਸਕਦੀ ਹੈ। ਚਾਹੇ ਜੋ ਹੋਏ ਦਸ਼ਾ ਜਸ ਮੇਰੀ। ਇਹ ਸੱਚੇ ਪਾਤਸ਼ਾਹ ਜੇ ਕੋਈ ਅਹੰਕਾਰ ਵਸ ਹੋ ਕਰਕੇ ਆਪ ਜੀਆਂ ਦੇ ਕੋਈ ਘਰ ਵਿੱਚ ਆਏ ਤੇ ਫਿਰ ਉਹਦੀ ਦਸ਼ਾ ਜਿਹੜੀ ਹੁਣ ਮੇਰੀ ਹੈ ਉਹ ਹੋ ਜਾਵੇਗੀ। ਬੋਲਿਓ ਦੀਨ ਗਰਭ ਜਬ ਹਰਿਓ, ਬੜਾ ਦੀਨ ਹੋ ਕੇ ਜਦੋਂ ਅਹੰਕਾਰ ਚਲਾ ਗਿਆ ਭਾਈ ਧੰਨਾ ਸਿੰਘ ਫਿਰ ਬੋਲਦੇ ਹਨ, ਸ੍ਰੀ ਗੁਰ ਸੋਪੀ ਰਾਖਣ ਕਰਿਓ। ਤੇ ਮੇਰੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਹਿਰਦਾ ਵੇਖੋ ਸਾਧ ਸੰਗਤ ਜੀ, ਮਹਾਰਾਜ ਜੀਆਂ ਨੇ ਉਹ ਵੀ ਰੱਖ ਲਿਆ। ਗੱਜ ਕੇ ਆਖੋ ਸਤਨਾਮ ਸ੍ਰੀ ਮਹਾਰਾਜ ਜੀਆਂ ਨੇ ਕਵੀ ਚੰਦਨ ਨੂੰ ਵੀ ਰੱਖ ਲਿਆ, ਭਾਈ ਤੂੰ ਵੀ ਜਿਉ ਆਇਆ। ਹੁਣ ਜੀ ਅਗਾਂਹ ਵਾਸਤੇ ਸਮਤ ਬੁੱਧੀ ਦੇ ਨਾਲ ਇਸ ਸੇਵਾ ਵਿੱਚ ਜੁੜੇਗਾ, ਅਹੰਕਾਰ ਦੂਰ ਕਰਕੇ ਤੈਨੂੰ ਵੀ ਜਿਉ ਆਇਆ ਨੂੰ ਤੂੰ ਵੀ ਰਹਿ ਔਰ ਇਸ ਥਾਵਾਂ ਤੋਂ ਮਾਣ ਪ੍ਰਾਪਤ ਕਰ। ਇਸੇ ਪ੍ਰਕਾਰ ਅਨੇਕ ਗੁਣਵੰਤੇ, ਇਸ ਤਰ੍ਹਾਂ ਹੋਰ ਵੀ ਜਿਹੜੇ ਗੁਣਵਾਨ ਸਿਆਣੇ ਪੁਰਖ ਸੁਣ ਸੁਣ ਜਸ ਕੋ ਆਏ ਰਹੰਤੇ। ਗੁਰਦੇਵ ਜੀਆਂ ਦਾ ਜਸ ਸੁਣ ਸੁਣ ਕਰਕੇ ਆਉਂਦੇ ਹਨ। ਕਰ ਚਰਚਾ ਪ੍ਰਭ ਕੋ ਪਰਚਾਵੇ, ਪ੍ਰਭ ਸਤਿਗੁਰੂ ਜੀਆਂ ਦੇ ਕੋਲ ਸਥਾਈ ਚਰਚਾ ਕਰਕੇ ਸਤਿਗੁਰੂ ਜੀ ਨੂੰ ਰਜਾਉਂਦੇ ਹਨ। ਅਨੇਕ ਜੁਗਤ ਜੁਤ ਕਵਿਤ ਸੁਣਾਵੇ, ਨਾਨਾ ਪ੍ਰਕਾਰ ਨਾਨਾ ਤਰ੍ਹਾਂ ਦੇ ਡੂੰਘੇ ਅਰਥਾਂ ਵਾਲੇ ਹੋਰ ਵੀ ਜਿਹੜੀ ਰਚਨਾ ਕਵਿਤ ਇਤਿਆਦਿਕ ਸੁਣਾਉਂਦੇ ਹਨ। ਬਖਸ਼ਿਸ਼ ਲੇਤ ਮਹਾ ਮਨ ਪਾਈ, ਬੜੀ ਭਾਰੀ ਬਖਸ਼ਿਸ਼ ਦੇ ਨਾਲ ਨਵਾਜੇ ਜਾਂਦੇ ਹਨ। ਰਿਜੇ ਹਿਰਦੇ ਗੁਣਨ ਅਦਕਾਈ, ਔਰ ਜਿਹੜੇ ਭਾਈ ਗੁਣਾਵਾਨ ਹਨ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰੋਂ ਮਾਣ ਪ੍ਰਾਪਤ ਕਰਦੇ ਹਨ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇੱਥੇ ਅੱਜ ਦੇ ਪ੍ਰਸੰਗ ਦੀ ਸਾਧ ਸੰਗਤ ਜੋ ਸੰਪੰਨਤਾ ਹੈ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਤਥਾ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਜੋਗਾ ਬਖਸ਼ ਲੈਣਾ ਜੀ। ਵਾਹਿਗੁਰੂ 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 हे अच्युत हे पार ब्रह्म अविनाशी ਅਬਨਾਸ, हे पूर्ण हे सर्वमय ਪੰਜਨ ਗੁਣ ਤਾਸ, हे संगी हे निरंकार हे हे ਨਿਰਗੁਣ ਸਭ ਟੇਕ, हे गोबिंद हे गुण निधान ਜਾ ਕੈ ਸਦਾ ਬਵੇਕ, हे अपरंपर हर हरे ਹੈ ਪੀ ਹੋਵਨ ਹਾਰ, हे संत कै सदा संग ਨਿਦਾਰਾ ਆਧਾਰ, हे ठाकुर हों दास रूप ਮੈਂ ਨਿਰਗੁਣ ਗੁਣ ਨਹੀਂ ਕੋਏ, नानक दे जा नाम दान ਰਾਖੋ ਹੀ ਗਏ ਪਰੋਏ, आए प्रभ शरणागति ਕਿਰਪਾ ਨਿਧ ਦਿਆਲ, एक अखर हर मन बस्त ਨਾਨਕ ਹੋ ਤਨਹਾਲ, वाहिगुरु नाम जहाज है चढ़े ਚੜੇ ਸੋ ਤਰੇ ਪਾਰ, जो श्रद्धा कर सेव दे ਗੁਰ गुर ਪਾਰੇ ਉਤਾਰਨ ਹਾਰ, जो श्रद्धा कर सेव दे ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।